ਨੰਬਰ 'ਤੇ ਮੈਂ ਇਹਨਾਂ ਨੂੰ ਇੱਕ ਚੀਜ਼ ਦੇਖਿਆ ਇਹਨਾਂ ਦੇ ਵਿੱਚ ਪਿਕ ਕਰਨ ਦੀ ਜਿਹੜੀ ਸਲਾਹੀਅਤ ਹੈ ਨਾ ਉਹ ਬਹੁਤ ਜ਼ਬਰਦਸਤ ਹੈ। ਉਹ ਕੀ ਕਿ ਹੋਰ ਵੀ ਫੈਸਲਾਬਾਦ ਦੇ ਵਿੱਚ ਕੁਝ ਨਏ ਚਿਹਰੇ, ਕੁਝ ਨਏ ਉਸਤਾਦ, ਕੁਝ ਨਏ ਲੋਕ ਸ਼ਾਮਲ ਹੋਏ ਨੇ ਕਾਮਰਨ ਭਾਈ, ਲੇਕਿਨ ਸਾਰੇ ਵਸਾਇਲ ਵਾਲੇ ਵੀ ਨੇ, ਅੱਛੇ ਬੰਦੇ ਨੇ। ਤੁਹਾਨੂੰ ਪਤਾ ਸ਼ਹਿਰ 'ਚ ਬਾਜ਼ੀ ਖੇਡਣ ਵਾਸਤੇ ਅੱਛਾ ਵਸਾਇਲ, ਅੱਛਾ ਸ਼ੌਕ ਔਰ ਅੱਛਾ ਟਾਈਮ ਹੋਣਾ ਬਹੁਤ ਜ਼ਰੂਰੀ। ਤੇ ਇਹਨਾਂ ਨੇ ਆਪਣੇ ਮਤਲਬ ਉਹ ਸਿੱਖਣ ਵਾਲੇ ਟਾਈਮ 'ਚ, ਵਿਜ਼ਿਟ ਕਰਨ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਇੰਨਾ ਕੁਝ ਪਿਕ ਕਰ ਲਿਆ ਕਿ 2-3 ਸਾਲ ਅਬ ਸਭ ਹੋ ਗਏ ਨੇ ਸ਼ੌਕ ਕਰਦਾ ਬਾਜ਼ੀ ਜੇੜ ਦੀ। 2-3 ਸਾਲ ਬਾਅਦ 3-4 ਸਾਲ ਹੋ ਗਏ। 4 ਸਾਲਾਂ ਦੇ ਵਿੱਚ ਮਾਸ਼ਾਅੱਲਾ ਇਹਨਾਂ ਦਾ 80-70% ਜੇੜ ਦਾ ਰਿਜ਼ਲਟ ਹੈ। 80%, 70%, 90%, ਬਹੁਤ ਹੈ, 95% ਵੀ ਜੇੜ ਦਾ ਰਿਕਾਰਡ ਹੈ ਇਹਨਾਂ ਦਾ। मतलब बाजियां 70% भी कोई 3-4 साल ਦੇ ਵਿੱਚ ਕੋਈ ਛੋਟਾ ਰਿਜ਼ਲਟ ਨਹੀਂ, ਬਹੁਤ ਬੜਾ। ਔਰ ਸਭ ਤੋਂ ਮੈਂ ਜਿਹੜੀ ਅਹਿਮ ਚੀਜ਼ ਦੇਖਦਾ, ਜਿਹੜੀ ਮੈਂ ਸਮਝਦਾ ਕਿ ਜਿਹੜਾ ਇਹਨਾਂ ਨੇ ਬੂਸਟ ਕੀਤਾ, ਜਿਹੜਾ ਇਹਨਾਂ ਨੇ ਹਿੱਟ ਕੀਤੀ ਇਹ ਚੀਜ਼, ਉਹ ਇਹਨਾਂ ਨੇ ਕਬੂਤਰਾਂ ਦੇ ਉੱਪਰ ਬਹੁਤ ਜ਼ਿਆਦਾ ਨਾ ਮਿਹਨਤ ਕੀਤੀ। ਕਬੂਤਰਾਂ ਤੇ ਮਿਹਨਤ ਕਰਕੇ ਸਿੱਖ ਬਹੁਤ ਕੁਝ ਗਏ ਨੇ ਆਪਣੇ ਉਡਾਰੂ ਕਬੂਤਰਾਂ ਕੋ, ਜਾਂ ਆਪਣੇ ਉਸਤਾਦ ਵਾਲੇ ਕਬੂਤਰਾਂ ਕੋ, ਜਾਂ ਆਪਣੇ ਉਸਤਾਦ ਕੋ ਇੱਥੋਂ ਦੁਬਈ ਜਾਣਾ, ਟਾਈਮ ਕੱਢਣਾ, ਸ਼ੌਕ ਕਰਨਾ, ਉੱਥੇ ਟਾਈਮ ਗੁਜ਼ਾਰਨਾ, ਸਿੱਖਣਾ। ਪੜ੍ਹਦੇ ਸਾਰੇ ਨੇ, ਯਾਦ ਕਿਸੇ ਕਿਸੇ ਨੂੰ ਰਹਿੰਦਾ, ਲੇਕਿਨ ਹਾਫਿਜ਼ ਸਾਹਿਬ ਨੇ ਬੜੇ ਅੱਛੇ ਕਬੂਤਰ ਬਣਾ ਲਏ ਨੇ। ਔਰ ਤੁਸੀਂ ਦੇਖਣਾ, ਇਹ ਮੇਰਾ ਲਾਈਵ ਇੰਟਰਵਿਊ ਹੈ। ਮੈਂ ਇੱਕ ਦਿਨ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲੇ, 2 ਮਹੀਨੇ ਪਹਿਲੇ ਜਾਂ 3 ਮਹੀਨੇ ਪਹਿਲੇ ਮਿੱਠੂ ਲਾਲੀ ਦੀ ਫੋਟੋ ਲਾ ਕੇ ਮੈਂ ਕਿਹਾ ਸੀ ਇਨਸ਼ਾਅੱਲਾ ਜੇਠ ਚੈਂਪੀਅਨ ਹੋਏਗਾ। ਮੈਨੂੰ ਸਾਰੇ ਦੋਸਤਾਂ ਨੇ ਕਿਹਾ ਇਹ ਤੁਸੀਂ ਕਿਸ ਤਰ੍ਹਾਂ ਕਹਿਤਾ, ਜਾਂ ਇਹ ਕਿਸ ਤਰ੍ਹਾਂ ਹੋ ਸਕਦਾ। ਮੈਂ ਕਿਹਾ ਇਨਸ਼ਾਅੱਲਾ ਹੋਏਗਾ। ਮਿੱਠੂ ਲਾਲੀ ਜੇਠ ਚੈਂਪੀਅਨ ਹੋ ਗਿਆ। ਮੇਰੀ ਪੋਸਟ ਵੀ ਮੌਜੂਦ ਹੈ ਫੇਸਬੁੱਕ 'ਤੇ, ਔਰ ਹਵਾਲਾ, ਟਾਈਮ, ਡੇਟ, ਹਰ ਚੀਜ਼ ਫਿਰ ਮੈਂ ਉਹਨੂੰ ਸ਼ੇਅਰ ਵੀ ਕੀਤਾ। ਫਿਰ ਹੁਣ ਮੈਨੂੰ ਮਿੱਠੂ ਲਾਲੀ ਸਾਹਿਬ ਦਾ ਫੋਨ ਆਇਆ, ਜੈਨ ਭਾਈ ਮੈਂ ਮਿਠਾਈ ਦੇਣ ਲਈ ਤੁਹਾਡੇ ਕੋਲ ਘਰ ਆਉਣਾ। ਅੱਛਾ ਖੈਰ, ਮੇਰੀ ਜਿਹੜੀ ਆਬਜ਼ਰਵੇਸ਼ਨ ਹੈ ਉਹ ਕਬੂਤਰਾਂ ਤੋਂ ਹੈ, ਹੋਰ ਮਿੱਠੂ ਲਾਲੀ ਤੋਂ ਨਹੀਂ। ਮਿੱਠੂ ਲਾਲੀ ਤੋਂ ਨਹੀਂ, ਕਬੂਤਰਾਂ ਦੀ, ਕਬੂਤਰ ਦੇਖ ਕੇ ਮੇਰੀ ਆਬਜ਼ਰਵੇਸ਼ਨ ਸੀ ਕਿ ਇਹ ਕਬੂਤਰ ਵਾਕਈ ਕੁਝ ਕਰਨਗੇ। ਔਰ ਅਗਰ ਮਿੱਠੂ ਲਾਲੀ ਉਡਾ ਰਿਹਾ ਔਰ ਜਿਸ ਤਰ੍ਹਾਂ ਇਹ ਡੇਲੀ ਉੱਡ ਰਹੇ ਆ, ਇਹਨਾਂ ਨੇ ਪਿੱਛੇ ਨਹੀਂ ਆਣਾ। ਕਿਉਂਕਿ ਜੇ ਅਗਰ ਅੱਜ ਸ਼ਾਮ ਪਾਣ ਵਾਲਾ ਕਬੂਤਰ ਅਗਲੇ ਦਿਨ ਮਾਲਕ ਕੋ ਫਿਰ ਸ਼ਾਮ ਪਾ ਗਿਆ, ਤੀਸਰੇ ਦਿਨ ਫਿਰ 4 ਕਬੂਤਰ ਸ਼ਾਮ ਨੂੰ ਚਲੇ ਗਏ, ਤੇ ਇਹਦਾ ਮਤਲਬ ਕਿ ਪਿੱਛੇ ਬੰਦਾ ਠੀਕ ਹੈ ਤੇ ਗੱਡੀ ਵੀ ਸਹੀ ਜਾ ਰਹੀ ਹੈ। ਤੇ ਉਹ ਇਸ ਤਰ੍ਹਾਂ ਮਤਲਬ ਇਹ ਚੀਜ਼ਾਂ ਮੈਂ ਹਾਫਿਜ਼ ਸਾਹਿਬ ਦੇ ਵਿੱਚ ਦੇਖੀਆਂ ਨੇ। ਸਾਡੇ ਫੈਸਲਾਬਾਦ ਇਹਨਾਂ 3-4 ਸਾਲਾਂ ਦੇ ਵਿੱਚ ਚੇਤਰ ਚੈਂਪੀਅਨ ਦਾ ਮਾਸ਼ਾਅੱਲਾ ਇਹਨਾਂ ਦੇ ਕੋਲ ਟਾਈਟਲਸ ਨੇ। ਪੰਜਾਬ ਦੇ ਵਿੱਚ ਟੌਪ ਪ੍ਰਵਾਜ਼ ਦਾ ਟਾਈਟਲ ਇਹਨਾਂ ਦੇ ਕੋਲ ਬੱਚੇ ਦੀ, ਠੀਕ ਹੈ। ਤਾਂ ਉਹ ਪ੍ਰਵਾਜ਼ਾਂ ਦੇ ਹਵਾਲੇ ਨਾਲ ਮੈਂ ਦੱਸਾਂ, ਹੁਣ ਮੈਂ ਆਪਣੇ ਮੂੰਹ ਸਾਰਾ ਕੁਝ ਦੱਸਿਆ ਤੇ ਇਹ ਦੇਖੋ ਨਾ, ਇਹ ਟਰਾਫੀਜ਼ ਪਈਆਂ ਨੇ, ਇਹ ਸਾਰੀਆਂ ਹਾਫਿਜ਼ ਸਾਹਿਬ ਨੂੰ ਉਹਨਾਂ ਦੀਆਂ ਕਾਰਕਰਦਗੀ ਦੇ ਉੱਤੇ ਪਈਆਂ, ਤੇ ਕੁਝ ਸ਼ਾਇਦ ਅੱਗੇ ਪਿੱਛੇ ਵੀ ਇਹਨਾਂ ਦੇ ਵਿੱਚੋਂ ਹੋਣਗੀਆਂ। ਇਹ ਦੇਖੋ, ਇਹ ਸਾਰੀਆਂ ਟਰਾਫੀਆਂ ਨੇ, ਔਰ ਇਹ ਸੀਜ਼ਨ ਦੀਆਂ ਹੀ ਨੇ। ਇਹ ਕਿਹੜਾ ਜੁਮੇ ਦੀ ਜੁਮੇ ਕੱਪ ਉੱਡਦਾ, ਸਾਰੀ ਗੱਲ ਹੈ ਸੀਜ਼ਨ ਦੇ ਟੂਰਨਾਮੈਂਟਸ ਨੇ, ਤੇ ਸੀਜ਼ਨ ਦੇ ਹਵਾਲੇ ਨਾਲ ਮਤਲਬ ਜੋ ਉੱਡ ਰਿਹਾ ਹਾਂ, ਇਹ ਕਿਹੜਾ ਜੁਮੇ ਦੇ ਜੁਮੇ ਉੱਡਦਾ। ਹਾਫਿਜ਼ ਸਾਹਿਬ ਨੇ ਆਪਣੇ ਉਸਤਾਦ ਨਾਲ ਮੁਹੱਬਤ ਦਾ ਜਿਹੜਾ ਨਾ ਉਹ ਬੜਾ ਸਬੂਤ ਇਜ਼ਹਾਰ ਹੈ ਕਿ ਹਾਫਿਜ਼ ਸਾਹਿਬ ਜਿੱਥੇ ਬੈਠੇ ਨੇ ਉੱਥੇ ਆਪਣੀਆਂ ਉਸਤਾਦ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬਹਿੰਦੇ ਨੇ ਸਾਹਮਣੇ ਆਮਣੇ। ਆ ਦੇਖੋ, ਇਹ ਹਾਫਿਜ਼ ਸਾਹਿਬ ਦੇਖ ਰਹੇ ਤੇ ਇਹ ਬੌਸ ਖੜੇ ਆ ਹਾਫਿਜ਼ ਫੁਰਕਾਨ ਸਾਹਿਬ, ਔਰ ਨਾਲ ਉਹਨਾਂ ਦੇ ਬਿਗ ਬੌਸ ਨੇ ਜਨਾਬ ਉਸਤਾਦ ਪ੍ਰੋਫੈਸਰ ਬਖੀਤ ਅਤੀਕਾ ਰਮੇਸ਼ੀ ਸਾਹਿਬ ਜੀ। ਦੋਸਤੋ ਮਜ਼ਾ ਆ ਰਿਹਾ ਜੀ ਤੁਹਾਡੇ ਨਾਲ, ਸਾਡੇ ਨਾਲ ਗੱਪਸ਼ਪ ਲਾਉਣ ਦਾ। ਦੇਖਿਓ ਕਿਤੇ ਬੋਰ ਨਾ ਹੁੰਦੇ ਰਹੋ, ਦੱਸ ਦਿਓ, ਤੁਹਾਡੀ ਮਿਹਰਬਾਨੀ। ਤੇ 224 ਵਾਚਿੰਗ ਵਿਊਜ਼ ਨੇ ਸਾਡੇ ਨਾਲ। ਇਹ ਨੁਮਾਨ ਆ ਬੈਠਾ, ਡਿਸਕਸ਼ਨ ਕਰ ਲੈਣ, ਡਿਸਕਸ਼ਨ ਕਰਕੇ ਆ। ਤੇ ਹਾਫਿਜ਼ ਸਾਹਿਬ ਦੀ ਤਰਫ ਆਉਂਦੇ ਆ ਜੀ। ਸਾਡੀਆਂ ਗੱਲਾਂ ਤੇ ਤੁਸੀਂ ਸੁਣੀਆਂ ਨੇ ਬਥੇਰੀਆਂ, ਤੇ ਹਾਫਿਜ਼ ਸਾਹਿਬ ਨਾਲ ਗੱਪਸ਼ਪ ਲਾਉਂਦੇ ਆ। अस्सलाम वालेकुम हाफिज साहब जी। वालेकुम सलाम सर, की हाल चाल ने? ठीक ठाक? अल्हम्दुलिल्लाह ज़ैन भाई। ਗੱਪਸ਼ਪ ਹੁੰਦੀ ਨਹੀਂ ਲਾਣੀ ਜਿਹੜੀ ਸਾਨੂੰ ਚਾਹੀਦੀ। नहीं नहीं, मैं ਉਹੀ ठीक ਹਾਂਜੀ जनरल ਗੁਫ਼ਤਗੂ ਇਹ ਆ ਹਾਫਿਜ਼ ਸਾਹਿਬ, ਸ਼ੌਕ ਦੇ ਹਵਾਲੇ ਨਾਲ ਅੱਜ ਥੋੜਾ ਜਿਹਾ ਡਿਫਰੈਂਟ ਇੰਟਰਵਿਊ ਕਰੀਏ। ਤਹਿਰੀਰਾਂ ਤੇ ਜਿਹੜੇ ਨੇ ਰਵਾਇਤੀ ਸਵਾਲ ਉਹ ਤੇ ਚੱਲਦੇ ਰਹਿੰਦੇ ਨੇ, ਤੇ ਮੈਂ ਸਮਝਦਾ ਕਿ ਕਹਿੰਦੇ ਨੇ ਨਾ, ਮੌਲਾ ਅਲੀ ਦਾ ਫਰਮਾਨ ਹੈ, ਜਿਹਨੇ ਮੈਨੂੰ ਇੱਕ ਲਫ਼ਜ਼ ਵੀ ਦੱਸਿਆ ਉਹ ਮੇਰਾ ਉਸਤਾਦ, ਮੈਂ ਉਹਨੂੰ ਉਸਤਾਦ ਦਾ ਦਰਜਾ ਦੇਣਾ। ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੋਸਤਾਂ ਕੋਲ ਸਿੱਖਿਆ ਹੋਏਗਾ, ਬਹੁਤ ਸਾਰੇ ਦੋਸਤਾਂ ਦੀ ਇੱਜ਼ਤ ਕਰਦੇ ਹੋ। ਮੈਂ ਸਮਝਦਾ ਜਦੋਂ ਕਿਸੇ ਬੰਦੇ ਦਾ ਨਾਮ ਲੈ ਲਿਆ ਜਾਏ ਨਾ, ਜਾਂ ਕਿਸੇ ਅਦਾਰੇ ਦਾ ਨਾਮ ਲੈ ਲਿਆ, ਜਿਸ ਤਰ੍ਹਾਂ ਹੁਣ ਤੁਸੀਂ ਹਾਫਿਜ਼ ਹੋ, ਜਦੋਂ ਤੁਸੀਂ ਆਪਣੇ ਅਦਾਰੇ ਦਾ, ਆਪਣੇ ਉਸਤਾਦ ਦਾ ਨਾਮ ਲਓਗੇ ਨਾ, ਉਹਦੇ 'ਚ ਤੁਹਾਨੂੰ ਬਰਕਤ ਔਰ ਇੱਜ਼ਤ ਰਹੇਗੀ। ਸ਼ੌਕ ਦੇ ਹਵਾਲੇ ਨਾਲ ਕਿੱਥੋਂ ਕਿੱਥੋਂ ਸਿੱਖਦੇ ਰਹੇ, ਸ਼ੌਕ ਦੇ ਹਵਾਲੇ ਨਾਲ ਕੀ ਕੀ ਸਿੱਖਿਆ, ਔਰ ਕੀ ਐਸਾ ਡਿਫਰੈਂਟ ਸਿੱਖਿਆ ਜਿਹਨੇ ਤੁਹਾਡੇ ਅੰਦਰ ਖੁਦ ਇਤਮਾਦੀ ਪੈਦਾ ਕਰ ਦਿੱਤੀ ਕਿ ਹਾਂ ਹੁਣ ਮੈਂ ਸ਼ਹਿਰ ਨਾਲ ਬਾਜ਼ੀ ਖੇਡ ਸਕਦਾ, ਜਾਂ ਹੁਣ ਮੈਨੂੰ ਖੇਡਣੀ ਚਾਹੀਦੀ ਹੈ? ਜੀ ਸਰ। बस जैन भाई, ये पौड़ियाँ ने, सीढ़ियाँ ने, बंदा पहले स्टैप ते पैर रखता है, हौली हौली अगले स्टैपां ते खुद ही जाना शुरू हो जाता है जी। ਤੇ ਬਹੁਤ ਸਾਰੀ ਸੰਗਤ ਰਹੀ ਹੈ ਕਾਫੀ ਦੋਸਤਾਂ ਦੇ ਨਾਲ, ਸਪੈਸ਼ਲੀ ਤੁਹਾਡੇ ਨਾਲ ਤੇ ਸਾਡੀ ਬਹੁਤ ਪੁਰਾਣੀ ਸੰਗਤ ਹੈ। ਬੇਸ਼ੱਕ। ਤੇ ਤੁਹਾਨੂੰ ਵੀ ਅਸੀਂ ਆਪ ਹੀ ਬੂਸਟ ਹੁੰਦੇ ਦੇਖਿਆ ਜੀ ਬੇਸ਼ੱਕ, ਤੁਹਾਡੇ ਸਾਰੇ ਸਟੈਪ ਅਸੀਂ ਦੇਖੇ ਹੋਏ ਨੇ। ਬੇਸ਼ੱਕ। ਤੇ ਬਹੁਤ ਸਾਰੀ ਗਾਈਡੈਂਸ ਐਸੀ ਹੈ ਜਿਹੜੀ
ਕੋਈ ਵੀ ਦੋਸਤ ਦਿੰਦਾ ਹੈ ਤੇ ਉਹ ਬੰਦੇ ਨੂੰ ਫੌਰੀ ਪਸੰਦ ਆ ਜਾਂਦੀ। ਯੈਸ ਤੇ ਤੁਹਾਡੇ ਨਾਲ ਵੀ ਅਸੀਂ ਸਾਰੇ ਮਸ਼ਵਰੇ ਕੀਤੇ ਹੋਏ ਨੇ ਕਿ ਉਸਤਾਦ ਕਿਹੜਾ ਫੜੀਏ, ਕਿਸ ਤਰ੍ਹਾਂ ਕਰੀਏ। ਜੀ ਇਹ ਮੈਂ- ਸਾਰੇ ਮਾਮਲਾ ਚੱਲੇ ਨੇ ਬੇਸ਼ੱਕ। ਤੇ ਸ਼ੁਰੂ ਤੋਂ ਤੁਹਾਡਾ ਸਾਥ ਬਹੁਤ ਰਿਹਾ। ਅੱਛਾ, ਉਸ ਤੋਂ ਬਾਅਦ ਜਦੋਂ ਅਲਹਮਦੁਲਿਲਾ ਅਸੀਂ ਪ੍ਰੋਫੈਸਰ ਸਾਹਿਬ ਦੇ ਸੰਗ ਲੱਗੇ ਹਾਂ ਜੀ ਕਿ ਉਹਨਾਂ ਦੀ ਸ਼ਾਗਿਰਦੀ ਇਖਤਿਆਰ ਕੀਤੀ ਜੀ ਤੇ ਉਹਨਾਂ ਦੇ ਕੋਲੋਂ ਫਿਰ ਅਸੀਂ ਸਾਰੇ ਉਹ ਵਰਲਡ ਚੈਂਪੀਅਨ ਬਰਡਸ ਤੇ ਉਹ ਸਾਰੇ ਉਹਨਾਂ ਦੇ ਤਰੀਕੇਕਾਰ, ਰਹਿਣ ਸਹਿਣ ਦੇ, ਪਰਿੰਦਿਆਂ ਨੂੰ ਰੱਖਣ ਦੇ ਤਰੀਕੇ, ਉਹਨਾਂ ਨਾਲ ਪਿਆਰ ਦੇ ਤਰੀਕੇ, ਉਹ ਸਾਰੇ ਅਸੀਂ ਬੌਸ ਕੋਲੋਂ ਬਹੁਤ ਸਾਰੇ ਸਿੱਖੇ ਨੇ ਔਰ ਉਹਨਾਂ ਨੇ ਬੇਲੌਸ ਸਾਨੂੰ ਸਿਖਾਏ ਨੇ। ਮਾਸ਼ਾ ਕੋਈ ਵੀ ਉਸਤਾਦ ਇੰਨਾ ਕੁਛ ਨਹੀਂ ਸਿਖਾਉਂਦਾ ਥੋੜ੍ਹੇ ਅਰਸੇ ਦੇ ਵਿੱਚ ਜਿੰਨਾ ਉਹਨਾਂ ਨੇ ਸਾਨੂੰ ਸਿਖਾਇਆ। ਤੇ ਅਸੀਂ ਕੋ ਜੋ ਵੀ 5% ਕੋਸ਼ਿਸ਼ ਕੀਤੀ ਹੈ ਕਿ ਜੋ ਉਹਨਾਂ ਨੇ ਕਿਹਾ ਅਸੀਂ ਉਹਨੂੰ ਮੰਨ ਕੇ ਚੱਲੀਏ, ਬਸ ਉਹਦੇ ਉੱਤੇ ਹੀ ਲੱਗੇ ਹੋਏ ਹਾਂ। ਔਰ ਉਸ ਤੋਂ ਬਾਅਦ ਜਾਂ ਉਹਦੇ ਨਾਲ ਹੀ ਅਸੀਂ ਉਸਤਾਦ ਮੋਇਨ ਨਵਾਜ਼ ਸਾਹਿਬ ਦੇ ਲੜ ਲੱਗੇ ਹਾਂ ਤੇ ਉਹਨਾਂ ਨੇ ਵੀ ਸਾਨੂੰ ਬੇਲੌਸ ਹੋ ਕੇ ਸਿਖਾਇਆ ਔਰ ਇੰਤਹਾਈ ਕੀਮਤੀ ਗੱਲਾਂ, ਕਾਰੀਗਰੀ ਇਸ ਖੇਲ ਦੀ, ਉਡਾਨ ਦੇ ਮੁਤਲਕ, ਬਰਡ ਨੂੰ ਬਣਾਉਣ ਦੇ ਮੁਤਲਕ। ਔਰ ਮੈਂ ਕਹਿੰਦਾ ਕਿ ਦਲੇਰੀ ਜਿਹੜੀ ਹੈ ਨਾ ਉਹ ਉਸਤਾਦ ਮੋਇਨ ਨਵਾਜ਼ ਸਾਹਿਬ ਦੇ ਕੋਲੋਂ ਅਸੀਂ ਬਹੁਤ ਸਾਰੀ ਸਿੱਖੀ ਮਾਸ਼ਾਅੱਲਾ। ਔਰ ਇਸ ਦਲੇਰੀ ਦੇ ਨਾਲ ਹੀ ਬੜੇ ਭਾਗ ਲੱਗਦੇ ਨੇ ਬੰਦਿਆਂ ਕੀ ਨੂੰ। ਬਾਤ। ਤੇ ਉਹਨਾਂ ਨੇ, ਮੈਂ ਉਸਤਾਦ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੇ ਐਸੀ ਬਰੀਡਸ ਜਾਂ ਐਸੇ ਫਨ ਲੋਕਾਂ ਨੂੰ ਦਿਖਾਏ ਨੇ ਕਿ ਉਹ ਇੱਕ ਇੰਪੋਸੀਬਲ ਚੀਜ਼ਾਂ ਨੂੰ ਪੋਸੀਬਲ ਕਰਦੇ ਆਏ ਨੇ। ਬੇਸ਼ੱਕ। ਤੇ ਬਸ ਇਹਨਾਂ ਦੋ ਸ਼ਖਸੀਅਤ ਨੇ ਜਿਨ੍ਹਾਂ ਕੋ ਅਸੀਂ ਬਹੁਤ ਕੁਝ ਸਿੱਖਿਆ ਔਰ ਅਲਹਮਦੁਲਿਲਾ ਹਲੇ ਵੀ ਸਿੱਖ ਰਹੇ ਹਾਂ। ਕੋਸ਼ਿਸ਼ ਕਰੀ ਦੀ ਜਿਹੜੀ ਉਹ ਗੱਲ ਕਰਨ ਅਸੀਂ ਉਹਨੂੰ ਪਿਕ ਕਰੀਏ ਔਰ ਉਹਨੂੰ ਲੈ ਕੇ ਚੱਲੀਏ। ਜੀ ਆਪ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਗੱਲ ਨੂੰ ਖੁਦ ਹੀ ਅੱਗੇ ਵਧਾਇਆ। ਲੇਕਿਨ ਮੈਂ ਬੇਸਿਕ ਸਵਾਲ ਇਹ ਪੁੱਛਣਾ ਚਾਹਾਂਗਾ ਕਿ ਫੈਸਲਾਬਾਦ ਦੇ ਵਿੱਚ ਜਾਂ ਫੈਸਲਾਬਾਦ ਤੋਂ ਬਾਹਰ ਬਹੁਤ ਸਾਰੇ ਉਸਤਾਦਾਂ ਨੂੰ ਤੁਸੀਂ ਵਿਜ਼ਿਟ ਕੀਤਾ। ਜ਼ਾਹਰੀ ਗੱਲ ਪੜ੍ਹੇ ਲਿਖੇ ਬੰਦੇ ਹੋ, ਇੱਕ ਇੰਡਸਟਰੀਲਿਸਟ ਬੰਦੇ ਹੋ, ਤੁਸੀਂ ਘਾਟੇ ਦਾ ਸੌਦਾ ਤਾਂ ਤੁਸੀਂ ਕੋਈ ਨਹੀਂ ਕਰਨਾ, ਫਾਇਦੇ ਦੇ ਹੀ ਕਰਨੇ ਸਾਰੇ। ਲੇਕਿਨ ਇਹ ਕਿ ਵਕੀਲ ਸਾਹਿਬ ਦੀ ਮੁਹੱਬਤ ਤੁਹਾਡੇ ਦਿਲ 'ਚ ਕਿੱਥੋਂ ਪੈਦਾ ਹੋ ਗਈ? ਇੱਕ ਮਤਲਬ ਕੰਟਰੀ ਤੋਂ ਹਟ ਕੇ ਇੱਕ ਬੰਦਾ ਆ ਤੇ ਸ਼ੌਕ ਦੇ ਹਵਾਲੇ ਦੇ ਨਾਲ ਬੰਦਾ ਉਹਨੂੰ ਕਵੇ ਕਿ ਮੇਰਾ ਉਸਤਾਦ ਹੋ ਜਾਏ, ਤੇ ਦੂਸਰੇ ਨੰਬਰ 'ਤੇ ਫਿਰ ਬੰਦਾ ਉਹਨਾਂ ਨੂੰ ਅਪਰੋਚ ਵੀ ਕਰ ਲਏ। ਫਿਰ ਮਤਲਬ ਇੰਨੀ ਵਾਬਸਤਗੀ ਕਿਸ, ਮਤਲਬ ਇੰਨੇ ਕਰੀਬ ਕਿੱਦਾਂ ਤੁਸੀਂ ਪਹੁੰਚ ਗਏ ਤੇ ਕਿਹੜੀ ਗੱਲ ਨੇ ਮਜਬੂਰ ਕੀਤਾ ਕਿ ਸ਼ਾਗਿਰਦ ਹੋਣਾ ਤੇ ਇਹਨਾਂ ਦੀ ਕਰਨ ਹੋਣਾ? ਹੋਰ ਵੀ ਤਾਂ ਪੰਜਾਬ 'ਚ 10,000 ਉਸਤਾਦ ਹੈ, ਹੋਰ ਵੀ ਤਾਂ ਬੜੇ ਬੜੇ ਰਿਕਾਰਡਸ ਨੇ, ਕੀ ਵਜ੍ਹਾ? ਬਿਲਕੁਲ ਇਸੇ ਤਰ੍ਹਾਂ ਹੀ ਹੈ। ਬਸ ਜਿਹੜੀ ਵੀ ਮੇਰਾ ਇੱਕ ਸ਼ੌਕ ਹੈ ਕਿ ਜਿਹੜਾ ਵੀ ਕੰਮ ਕਰੇ ਬੰਦਾ ਹਾਂ ਦੁਨੀਆ ਤੋਂ ਹਟ ਕੇ ਕਰੇ। ਮਾਸ਼ਾਅੱਲਾ। ਤੇ ਬਹੁਤ ਸਾਰੇ ਬੰਦਿਆਂ ਨੇ ਮੈਨੂੰ ਰੋਕਿਆ ਵੀ ਕਿ ਨਹੀਂ ਇਹ ਨਾ ਕਰੋ ਕਿਉਂਕਿ ਤੁਸੀਂ ਨਹੀਂ ਪਹੁੰਚ ਸਕਦੇ ਉੱਥੇ ਤੱਕ। ਲੇਕਿਨ ਫਿਰ ਵੀ ਮੈਂ ਕਹਿੰਦਾ ਉਹ ਸਾਰੇ ਫਿਲ ਵਕਤ ਉਹ ਸਾਰੇ ਗਲਤ ਨੇ ਕਿਉਂਕਿ ਮੈਨੂੰ ਬੌਸ ਨੇ ਇੰਨਾ ਕੁ ਪਿਆਰ ਦਿੱਤਾ ਹੈ ਔਰ ਯਕੀਨ ਕਰੋ ਕਿ ਸਿੰਗਲ ਮੈਸੇਜ ਉਹਦਾ ਵੀ ਰਿਪਲਾਈ ਕਰਦੇ ਨੇ। ਹਮੇਸ਼ਾ ਮੁਲਾਕਾਤ ਵੀ ਕੀਤੀ ਹੈ ਸਾਰੇ ਉਹਨਾਂ। ਔਰ ਮੈਂ ਬੜਾ ਹੈਪੀ ਹਾਂ ਕਿ ਅਲਹਮਦुलिल्लाह कि मैं अच्छे उस्ताद का शागिर्द होया। और सॉरी जी बहुत सर। सारी बात पे मैं भी एक सिंगल मैसेज की इन्होंने बात की है तो फिर भी शागिर्द है और उनकी पार्टी से ताल्लुक़ रखते हैं। अगर हमने भी अगर कभी मैसेज करना होता है, वंस इन अ ब्लू मून होता है हमारा भी, कि रोज़ तो हम भी नहीं मैसेज कर सकते और मेरा ख्याल है कि वो भी नहीं देख सकते। ये मेरी एक सोच है क्योंकि वो जितने बिजी हैं, हमने उनका स्केड्यूल आपने और मैंने इकट्ठे देखा है, Yes. वहाँ पे भी हैं। लेकिन अगर आप एक डॉट भी भेज देते हैं ना उनके मैसेज में व्हाट्सएप में तो आगे से जवाब में रिकॉर्डिंग आ जाती है कि अस्सलाम वालेकुम व रहमतुल्लाह, क्या हाल है, Exactly. कैसे हैं आप। यस ये लाजमी होता है। बिल्कुल बिल्कुल वो अपने व्हाट्सएप चेक करते हैं, अपने मिलने वालों को ज़रूर जवाब देते हैं। ਹਾਫ ਸਾਹਿਬ ਤੁਹਾਨੂੰ ਤੇ ਉਹਨਾਂ ਨੇ ਬਹੁਤ ਕੁਝ ਸਿਖਾਇਆ, ਸਾਡੇ ਵਰਗੇ ਨਿਊ ਕਮਰਸ ਨੂੰ ਵੀ ਉਹਨਾਂ ਨੇ ਬੜਾ ਸਾਡਾ ਉਹਨਾਂ ਨਾਲ ਮੁਹੱਬਤ ਪਿਆਰ 2004 2005 ਤੋਂ ਸਾਡੇ ਨਾਲ ਹੈ। ਔਰ ਮੈਂ ਸਮਝਦਾ ਕਿ ਮੇਰੇ ਮੈਗਜ਼ੀਨ ਦੇ ਵਿੱਚ ਅਗਰ ਮਤਲਬ ਬੁਨਿਆਦੀ ਕਿਰਦਾਰ ਅਦਾ ਕੀਤਾ ਤੇ ਬੌਸ ਨੇ ਕੀਤਾ ਕਿ ਬਲੈਕ ਐਂਡ ਵਾਈਟ ਦੌਰ ਦੇ ਵਿੱਚ ਸਾਨੂੰ ਐਸੀ ਸਪਾਂਸਰਸ ਉਹਨਾਂ ਨੇ ਕੀਤੀਆਂ ਨੇ ਕਿ ਜਿਹੜੀਆਂ ਅੱਜ ਵੀ ਲੋਕ ਸੋਚ ਵੀ ਨਹੀਂ ਸਕਦੇ। ਜੀ ਬਿਲਕੁਲ। ਹਾਂ, ਉਹ ਸਾਡੇ ਵਾਸਤੇ ਕੱਲ੍ਹ ਵੀ ਇੱਜ਼ਤ ਦੀ ਜਗ੍ਹਾ ਸੀ, ਅੱਜ ਵੀ ਇੱਜ਼ਤ ਦੀ ਜਗ੍ਹਾ ਨੇ ਕਿ ਉਹਨਾਂ ਨੇ ਸਾਨੂੰ ਮਾਸ਼ਾਅੱਲਾ ਭਰਪੂਰ ਤਰੀਕੇ ਦੇ ਨਾਲ ਸਟੈਂਡ ਕੀਤਾ। ਤੇ ਬੌਸ ਦੇ ਨੌਲੇਜ ਦੀਆਂ ਗੱਲਾਂ ਕਰਾਂਗੇ, ਸ਼ਖਸੀਅਤ ਦੀਆਂ ਗੱਲਾਂ ਇਹ ਤਾਂ ਚੱਲਦੀਆਂ ਰਹਿਣਗੀਆਂ, ਲੇਕਿਨ ਕੁਝ ਐਸੀਆਂ ਗੱਲਾਂ ਕਰੀਏ। ਇਸ ਟਾਈਮ 255 ਬੰਦੇ ਸਾਡੇ ਨਾਲ ਲਾਈਵ ਨੇ, ਸਾਨੂੰ ਦੇਖ ਰਹੇ ਨੇ। ਮੈਂ ਸਿਰਫ ਇਹ ਗੱਲ ਕਹਾਂਗਾ ਕਿ ਕੁਝ ਐਸੀ ਗੱਲ ਸਿੱਖੀ ਹੈ ਉਹਨਾਂ ਕੋਲੋਂ ਜਿਹੜੀ ਤੁਸੀਂ ਦੋਸਤਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ। ਮਸਲਨ ਬਲੱਡ ਲਾਈਨ ਦੇ ਹਵਾਲੇ ਨਾਲ ਜਾਂ ਬਰੀਡਸ ਦੇ ਹਵਾਲੇ ਨਾਲ ਉਹਨਾਂ ਦੀ ਫੇਵਰੇਟ ਬਰੀਡ ਕਿਹੜੀ ਹੈ ਤੇ ਉਹ ਕਿਉਂ ਹੈ? ਸਰ ਉਹਨਾਂ ਦੀ ਫੇਵਰਟ ਬਰੀਡ ਤੇ ਸਾਰੀ ਦੁਨੀਆ ਨੂੰ ਪਤਾ ਹੈ ਜੀ ਕਿ ਉਹ ਫਕੀਰ ਗੁਲ ਨੇ। ਅੱਛਾ ਜੀ। ਜਿਹੜੇ ਉਹਨਾਂ ਨੇ ਖੁਦ ਡਿਵੈਲਪ ਕੀਤੇ ਨੇ। ਜੀ ਇਹ ਨਾਮ ਪਹਿਲੇ ਪੁਰਾਣਾ ਹੀ ਸੀ, ਜੀ ਬਲੋਚਾਂ ਤੋਂ ਚੱਲਦਾ ਆ ਰਿਹਾ, ਲੇਕਿਨ ਉਹਨਾਂ ਨੇ ਇਸ ਬਰੀਡ ਨੂੰ ਡਿਵੈਲਪ ਕੀਤਾ। ਇਹਦੇ 'ਚ ਰੰਗ ਭਰੇ ਨੇ, ਉਹਨਾਂ ਦੀ ਪਰਵਾਜ਼ਾਂ, ਖੂਬਸੂਰਤੀਆਂ, ਅੱਖਾਂ, ਸਾਰਾ ਕੁਝ ਉਹਨਾਂ ਨੇ ਇਹਨੂੰ ਡਿਵੈਲਪ ਕੀਤਾ। ਔਰ ਉਹ ਖਾਸ ਤੌਰ ਤੇ
ਇਸ ਕਰਕੇ ਇਸ ਬਰੀਡ ਨੂੰ ਲਾਈਕ ਕਰਦੇ ਨੇ। ਮੈਂ ਬੌਸ ਨੂੰ ਇਹ ਵੀ ਕੁਐਸਚਨ ਕੀਤਾ ਸੀ, ਜੀ ਮੈਂ ਕਿਹਾ ਜੀ ਤੁਹਾਡੇ ਕੋਲ ਦੁਨੀਆ ਜਹਾਨ ਦੇ ਅੱਛੇ ਪਰਿੰਦੇ ਨੇ, ਹਾਂਜੀ। ਮਤਲਬ ਸ਼ਾਇਦ ਹੀ ਕੋਈ ਅੱਛਾ ਬਰਡ ਹੋਏਗਾ ਜਿਹੜਾ ਤੁਹਾਡੇ ਕੋਲ ਨਹੀਂ ਹੋਏਗਾ, ਬਲੱਡ ਲਾਈਨ 'ਚ ਵੀ, ਹਰ ਚੀਜ਼ 'ਚ, ਫਿਰ ਵੀ ਤੁਸੀਂ ਇਹਨਾਂ ਨੂੰ ਲਾਈਕ ਕਿਉਂ ਕਰਦੇ ਹੋ? ਉਹਨਾਂ ਨੇ ਕਿਹਾ ਜੀ ਇਹ ਮੈਂ ਬਾਜ਼ੀ ਦੇ ਵਿੱਚ ਫਕੀਰ ਗੁਲ ਪਰਿੰਦੇ ਜਿਹੜੇ 11 ਚੋਂ 2 3 4 ਜ਼ਰੂਰ ਪਾਣੇ ਹੁੰਦੇ ਨੇ, ਚਾਹੇ ਉਹ 2 ਘੰਟਾ ਘੱਟ ਵੀ ਉੜਦੇ ਹੋਣ। ਉਹਦੀ ਰੀਜ਼ਨ ਹੈ ਕਿ ਇਹ ਵਫਾ ਕਰਨ ਵਾਲੇ ਪਰਿੰਦੇ ਨੇ, ਇਹ ਬਾਰਿਸ਼ ਮੀਂਹ ਹਨੇਰੀ ਔਰ ਹਰ ਚੀਜ਼ 'ਚ ਮਾਲਕ ਨਾਲ ਵਫਾ ਕਰਦੇ ਨੇ, ਆਪਣੇ ਘਰ ਨਾਲ ਪਿਆਰ ਕਰਦੇ ਨੇ, ਵਾਪਸ ਆਉਂਦੇ ਨੇ। ਔਰ ਇਹ ਇਹਨਾਂ ਪਰਿੰਦਿਆਂ ਦੀ ਖਾਸ ਗੱਲ ਹੈ ਜਿਹਦੀ ਵਜ੍ਹਾ ਤੋਂ ਇਹ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ। ਮਾਸ਼ਾਅੱਲਾ ਜ਼ਬਰਦਸਤ ਹੋ ਗਿਆ। ਤੇ ਕੋਈ ਬੌਸ ਦਾ ਦਿੱਤਾ ਹੋਇਆ ਐਸਾ ਕੋਈ ਪਰਿੰਦਾ ਜਿਹਦੀ ਨਸਲ ਤੁਹਾਡੇ ਕੋਲ ਮੌਜੂਦ ਹੋਵੇ, ਜਾਂ ਦੂਸਰੇ ਨੰਬਰ ਦੇ ਉੱਪਰ ਕੋਈ ਐਸੇ ਕਬੂਤਰ ਤੁਹਾਡੀ ਛੱਤ ਤੇ ਬੌਸ ਤੋਂ ਜਾਂ ਬੌਸ ਤੋਂ ਹਟ ਕੇ ਜਿਹੜੇ ਤੁਸੀਂ ਸਮਝਦੇ ਹੋ ਕਿ ਮੈਂ ਫਿਊਚਰ ਦੇ ਵਿੱਚ ਆਪਣੇ ਜਿਹੜੇ ਵੀ ਕਬੂਤਰ ਬਣਾਵਾਂਗਾ ਇਹਨਾਂ ਦਾ ਪਰ ਉਹਨਾਂ 'ਚ ਲਾਜ਼ਮੀ ਸ਼ਾਮਲ ਹੋਏਗਾ? ਔਰ ਇੱਕ ਰਿਕੁਐਸਟ ਇਹ ਹੈ, ਦੇਖੋ ਇਹ ਅਸਾਸਾ ਹੁੰਦੇ ਨੇ, ਇੱਕ ਪ੍ਰਾਈਵੇਸੀ ਹੁੰਦੀ, ਲੇਕਿਨ ਕੋਈ ਐਸਾ ਜੋੜਾ ਜਿਹਦੇ ਬੱਚੇ 7 ਨਿਕਲੇ ਹੋਣ, 6 ਨਿਕਲੇ ਹੋਣ ਤੇ ਸ਼ਾਮ ਨੂੰ ਬਹਿੰਦੇ ਹੋਣ ਤੇ ਤੁਸੀਂ ਬਾਜ਼ੀ 'ਚ ਪਾਉਂਦੇ ਹੋਵੋ, ਉਹਦਾ ਲੱਗੇ ਹੋਏ ਜੋੜੇ ਦਾ ਵੀ ਲਾਜ਼ਮੀ ਸ਼ੌਕ ਕਰਾਉਣਾ, ਚਾਹ ਕਿ ਦੇਖਣ ਤੇ ਸੁਣਨ ਵਾਲੇ ਦੋਸਤਾਂ ਨੂੰ ਸ਼ਾਇਦ ਕੋਈ ਉਹਦੇ 'ਚੋਂ ਕੋਈ ਐਸੀ ਗੱਲ ਨਜ਼ਰ ਆ ਜਾਏ, ਸ਼ਾਇਦ ਕੋਈ ਐਸਾ ਕਲਰ, ਸ਼ਾਇਦ ਕੋਈ ਐਸੀ ਸ਼ੇਪ, ਸ਼ਾਇਦ ਕੋਈ ਐਸੀ ਡਾਇਰੈਕਸ਼ਨ, ਕੋਈ ਹਾਈਟ, ਕੋਈ ਲੈਂਥ, ਕੋਈ ਜੋ ਵੀ ਲੋਕ ਆਪਣੀ ਨਿਸ਼ਾਨੀ ਲਾਣੀ ਚਾਹਣ ਉਹ ਲਾ ਕੇ ਤੇ ਉਹਨਾਂ ਦਾ ਮਕਸਦ ਵੀ ਹੱਲ ਹੋਵੇ ਔਰ ਸ਼ੌਕ ਦਾ ਇਜ਼ਾਫਾ ਵੀ ਹੋ ਜਾਏ। ਬਿਲਕੁਲ ਠੀਕ ਹੈ, ਮੈਂ ਜ਼ਰੂਰ ਤੁਹਾਨੂੰ ਉਹ ਸ਼ੌਕ ਦਿਖਾਓਗੇ। ਸਵਾਲ ਔਰ ਮੈਂ ਜੀ, ਥੋੜਾ ਜਿਹਾ ਕਰਨਾ ਹੈ ਤੁਹਾਡੇ ਨਾਲ ਕਿ ਬੌਸ ਦੇ ਪਰਿੰਦਿਆਂ ਦੀ ਗੱਲ ਹੋਈ, बॉस ने परिंदे बनाए नहीं, बिल्कुल प्रोफेसर साहब के बनाए हुए परिंदे माशाल्लाह मैं भी मानता हूँ कि बड़े अच्छे उन्होंने परिंदे बनाए हैं। हर तरह के कबूतर को उन्होंने ट्राई किया, लेकिन उन्होंने अपने जो ब्रीड को एक मेंटेन किया, वो एक अलग ही एक उसकी लज्जत है उसका। वो सियालकोट में उस्ताद मोइन नवाज घुमन साहब की छत पे भी उड़ रहे हैं और आपकी पार्टी के बेशुमार लोगों की छतों पर उड़ रहे हैं, वो उड़ रहे हैं, आपकी छत पर भी उड़ रहे हैं। बिल्कुल मेरी छत पर भी। जबकि हम कहीं भी जाते हैं, अगर पहाड़ों पर जाते हैं तो वो कहते हैं जी हमारा मौसम बड़ा सख्त है, ऐसा मौसम कहीं नहीं है, यहाँ के परिंदे वो नहीं है जी। लाहौर जाते हैं वो कहते हैं ऐसा मौसम, फैसलाबाद में हर शख्स अपने इलाके के मौसम को सख्त ही बताता है, ऐसे ही, ठीक है। तो ये परिंदे हर जगह उड़ रहे हैं, हर जगह। तो ऐसा इनमें क्या पॉइंट आपने नोटिस किया है, या आप समझते हैं कि इनमें ये पॉइंट ऐसा है कि ये जो है मल्टी सिटीज़ जो है उनमें ये परिंदा उड़ सकता है? वो ऑलरेडी मैं अपनी बात में उसका आंसर दे चुका हूँ कि ये अपने घर से बहुत ज़्यादा प्यार करते हैं, कबूतर अपने मालिक से बहुत ज़्यादा प्यार करते हैं। नहीं वो तो कबूतर ही, वो तो उनके दिल की बात है, वो तो हमें नहीं पता। हाँ जी। मौसमी लिहाज से सूरत आंधी एक जगह, एक बंदा कहता है 3 जगह से 3 रुखी हवा चलती है जी पिंडी में, पिंडी में भी बॉस के कबूतर है, ऐसे ही, ठीक है। राजा खुरम की छत है, मोइन नवाज साहब के शागिर्द ऐसे ही, हैं, ऐसे ही। ठीक है। और यहाँ पे आप खारियाँ आ जाए, खारियाँ में भी वो लोग यही कहते हैं कि जी तेज़ सुबह उठते हैं जी, तेज़ हवा होती है तो कबूतर तो वो जाता है उधर निकल के, ठीक है। जबकि फैसलाबाद में मेरा ख्याल इतनी तेज़ हवा वाला चक्कर नहीं है। हाँ जी, हवा तो इतनी ये तेज नहीं चलती, सख्त मौसम है, सख्त खड़ा मौसम मौसम है। जो वहाँ उड़ रहे हैं वो यहाँ उड़ रहे हैं, वो भी उड़ रहे हैं जी, ऐसे ही। तो ऐसा क्या पॉइंट होगा उन कबूतरों में, ਤੁਹਾਨੂੰ ਕੋਈ ਪਤਾ? ਉਸਤਾਦ ਜੀ ਤੁਸੀਂ ਸਵਾਲ ਤੇ ਪੂਰਾ ਕਰ ਲਓ, ਮੈਂ ਆਪ ਸਾਹਿਬ ਦੇਣਗੇ ਜਵਾਬ। ਨਹੀਂ ਮੈਂ ਵਹੀ ਤਾਂ ਮੈਂ ਤਾਂ ਕਰ ਲਿਆ ਮੈਂ ਸਰ ਮੇਰੇ ਮੁਤਾਬਕ ਤੇ ਕਾਮਰਾਨ ਭਾਈ ਦਾ ਇਹ ਪੁੱਛਣਾ ਹੈ ਕਿ ਜਿਹੜੇ ਕਬੂਤਰ ਉੱਥੇ ਹਵਾਵਾਂ ਤੇਜ਼ ਹਵਾਵਾਂ 'ਚ ਵੀ ਬਹਿ ਰਹੇ ਨੇ ਔਰ ਇੱਥੇ ਰੁਕੇ ਮੌਸਮ 'ਚ ਵੀ ਬਹਿ ਰਹੇ ਨੇ, ਇਹਨਾਂ ਤੁਸੀਂ ਕੀ ਸਲਾਹੀਅਤ ਦੇਖ ਰਹੇ ਹੋ, ਤੁਹਾਡੀ ਨਜ਼ਰ 'ਚ ਕੀ ਚੀਜ਼ ਹੈ ਜਿਹੜੀ ਬਿਠਾ ਰਹੀ ਹੈ? ਜ਼ੈਨ ਭਾਈ ਇਹ ਨਾ ਨੀਅਰ ਟੂ ਦੇਸੀ ਪਰਿੰਦੇ ਨੇ, ਮਤਲਬ ਮੈਂ ਇਹਨਾਂ ਨੂੰ ਦੇਸੀ ਕਹਿ ਲਾਂਗਾ। ਇਹ ਬਹੁਤ ਜ਼ਿਆਦਾ ਜਿਹੜਾ ਨਾ ਉਹ ਤੇਜ਼ ਨਹੀਂ ਹੈਗੇ ਜਿਹਦੀ ਵਜ੍ਹਾ ਤੋਂ ਇਹ ਗਹਿਰਾਈ ਫੜਨ ਜਾਂ ਜ਼ਾਇਆ ਹੋਣ। ਇਹ ਨਾਰਮਲ ਦੇਸੀ ਪਰਿੰਦੇ ਨੇ ਜਿਹੜਾ ਨਾ ਮੈਦਾਨ 'ਚ ਉਹ ਰਹਿ ਕੇ ਉੜਦੇ ਨੇ ਔਰ ਬਰਦਾਸ਼ਤ ਲੈਵਲ ਇਹਨਾਂ ਦਾ ਬਾਕੀ ਕਬੂਤਰਾਂ ਨਾਲੋਂ ਬਹੁਤ ਹਾਈ ਹੈ। ਇਸ ਕਰਕੇ ਇਹ ਜਿਹੜੇ ਵੀ ਮੌਸਮ 'ਚ ਅਸੀਂ ਇਹਨਾਂ ਨੂੰ ਛੱਡਦੇ ਹਾਂ ਨਾ, ਚਾਹੇ ਹਵਾਵਾਂ 'ਚ ਛੱਡੀਏ ਚਾਹੇ ਖੜੇ ਮੌਸਮ 'ਚ ਛੱਡੀਏ, ਇਹ ਵਾਪਸ ਆਉਂਦੇ ਨੇ ਔਰ ਘਰ ਦਾ ਜਿਹੜਾ ਨਾ ਉਹ ਖਿਆਲ ਕਰਦੇ ਨੇ ਔਰ ਇਹਨਾਂ 'ਚ ਜਿਹੜਾ ਉਹ ਦੇਸੀਪਨ ਹੈ ਉਹ ਇਹਦੀ ਮੇਨ ਵਜ੍ਹਾ। ਅੱਛਾ ਸਰ, ਇੱਕ ਸਵਾਲ ਹੋਰ ਕਰਦਾ ਇਹਨਾਂ ਕਬੂਤਰਾਂ 'ਤੇ, ਇਹਨਾਂ ਦੀਆਂ ਕਿਹੜੀਆਂ ਐਸੀਆਂ ਅਦਾਵਾਂ ਨੇ ਜਿਹੜੀਆਂ ਦੂਜੇ ਕਬੂਤਰਾਂ ਤੋਂ ਹਟ ਕੇ ਨੇ, ਕੋਈ ਹੈ? ਸਰ ਇੱਕ ਤੇ ਇਹਨਾਂ ਦੀ ਅੱਖਾਂ ਦਾ ਕਲਰ ਤੁਹਾਨੂੰ ਆਮ ਰੂਟੀਨ 'ਚ ਬਹੁਤ ਸ਼ਾਜ਼ੋ ਨਾਜ਼ਰ ਕਿਤੇ ਨਜ਼ਰ ਆਏਗਾ, ਮਸਲਨ ਬ੍ਰਾਈਟ ਹੈ। ਹਾਂਜੀ, ਅੱਖਾਂ ਬ੍ਰਾਈਟ ਨੇ ਔਰ ਜਿਹੜਾ ਇਹਦੇ 'ਚ ਵੀ ਬ੍ਰਾਈਟ ਅੱਖਾਂ ਦੇ ਬਾਵਜੂਦ, ਚਿੱਟੀਆਂ ਅੱਖਾਂ ਦੇ ਬਾਵਜੂਦ ਇਹਨਾਂ 'ਚ ਡੋਰੇ ਪੂਰੇ ਨੇ, ਉਹਨਾਂ ਦੇ ਜਿਹੜੇ ਸਟਾਈਲਸ ਹੁੰਦੇ ਨੇ ਅੱਖਾਂ ਦੇ ਉਹ ਪੂਰੇ ਨੇ, ਇਹਨਾਂ ਦੀ ਦੇਖਣੀ ਫਰਕ ਹੈ, ਇਹਨਾਂ ਦੇ ਕਲਰਸ ਫਰਕ ਨੇ ਔਰ ਇਹ ਇਹਨਾਂ 'ਚ ਜਿਹੜਾ ਹੈ ਇਹਨਾਂ ਦੀ ਅਦਾਵਾਂ ਵੀ ਜਿਹੜੀਆਂ ਨੇ ਉਹ ਬਹੁਤ ਖਾਸ ਨੇ, ਬੜੇ ਅੱਛੇ ਤਹਮਲ ਮਜ਼ਾਜ ਜਿਹੇ ਪਰਿੰਦੇ ਨੇ। ਬਿਲਕੁਲ ਸਹੀ, ਬਿਲਕੁਲ ਸਹੀ। ਅੱਛਾ, ਇਹਨਾਂ ਨੂੰ ਫੈਸਲਾਬਾਦ ਦੇ ਮੌਸਮ ਔਰ ਫੈਸਲਾਬਾਦ ਦੀ ਹਵਾ ਔਰ ਫੈਸਲਾਬਾਦ ਦੀ
ਗਰਮੀ ਦੇ ਵਿੱਚ ਉਡਾਣ ਲਈ, ਤੁਸੀਂ ਕੋਈ ਸਮਝਦੇ ਹੋ ਕਿ ਇਹਨਾਂ ਨੂੰ ਕ੍ਰਾਸ ਦੀ ਜ਼ਰੂਰਤ ਹੈ? ਵੈਸੇ ਤਾਂ ਕ੍ਰਾਸ ਦੀ ਜ਼ਰੂਰਤ ਨਹੀਂ ਹੈ, ਲੇਕਿਨ ਚੂँकि ਇਹ ਪਿਓਰ ਉਡਾਣੇ ਮਤਲਬ ਮੇਰੇ ਕੋਲ ਤਾਂ ਨਹੀਂ ਉਡਾਏ ਜਾਂਦੇ, ਸਿੱਧੀ ਜੀ ਗੱਲ। ਜੀ ਮੈਂ ਇਹਨਾਂ ਨੂੰ ਸਿਰਫ ਇਹਨਾਂ ਦਾ ਜਿਹੜਾ ਨਾ टच देते हैं। ਕਲਰ ਖਰਾਬ ਕਰਨ ਵਾਸਤੇ ਇਹਨਾਂ ਨੂੰ ਦੂਸਰੇ ਪਰਿੰਦਿਆਂ ਦੇ ਨਾਲ ਅਟੈਚ ਕਰਦਾ ਹਾਂ। ਉਹ ਇਹ ਸਾਰੇ ਪਰਿੰਦਿਆਂ 'ਚ ਕੰਮ ਕਰਦੇ ਨੇ, ਸ਼ਰਮੀਲਿਆਂ 'ਚ ਤੇ ਬੇਪਨਾਹ ਕਰਦੇ ਨੇ, ਲੇਕਿਨ ਉਸ ਤੋਂ ਇਲਾਵਾ ਸਿਆਲਕੋਟੀ ਕਬੂਤਰਾਂ 'ਚ ਵੀ ਔਰ ਟੈਡੀਆਂ 'ਚ ਵੀ, ਲਾਲ ਅੱਖਾਂ ਵਾਲੇ 'ਚ ਵੀ, ਇਹ ਹਰ ਜਗ੍ਹਾ ਕੰਮ ਕਰਦੇ ਨੇ। ਔਰ ਈਵਨ ਜਦੋਂ ਸਟਾਰਟ ਹੁੰਦੇ ਨੇ, ਥੋੜੇ ਲੇਟ ਸਟਾਰਟਰ ਨੇ, ਥੋੜਾ ਟਾਈਮ ਲੈਂਦੇ ਨੇ ਉਡਣ ਲੱਗੇ, ਜਦੋਂ ਸਟਾਰਟ ਹੁੰਦੇ ਨੇ ਤੇ ਫਿਰ ਇਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹ ਨਹੀਂ ਕਿ ਆਪਣਾ ਟਾਈਮ ਪ੍ਰਵਾਸ ਤੇ ਪ੍ਰਵਾਸ ਦੇਈ increase ਕਰਦੇ ਨੇ। ਅੱਛਾ ਸਰ, ਬੌਸ ਤੇ ਮਾਸ਼ਾਅੱਲਾ ਬੜੇ ਇੰਟੈਲੀਜੈਂਟ ਔਰ ਬੜੇ ਹਾਰਡ ਵਰਕਰ ਨੇ ਸ਼ੌਕ ਦੇ ਵਾਲੇ ਨਾਲ ਵੀ। ਉਸਤਾਦ ਮੋਇਨ ਨਵਾਜ਼ ਦੇ ਅੱਲਾ ਜੀਏ ਤੇ ਉਹ ਤੇ ਇੱਕ ਜ਼ਿੰਦਾ ਦਿਲ ਸ਼ਖਸੀਅਤ ਹੈ। ਉਹ ਗੱਡੀ ਭਾਵੇਂ 260 ਤੇ ਹੋਵੇ ਤੇ ਭਾਵੇਂ 300 ਤੇ ਹੋਵੇ, ਜੇ ਕਵਾਲੀ ਲੱਗੀ ਤੇ ਤਾਲੀਆਂ ਵੀ ਤੁਸੀਂ ਸੁਣ ਰਹੇ ਹੋ, ਤੇ ਜੇ ਢੋਲਕੀ ਵੱਜਣ ਦੀ ਤੇ ਧਮਾਲ ਵੀ ਨਾਲ ਹੀ ਹੈ। ਉਹ ਮਤਲਬ ਇੱਕ ਸਾਡੇ ਕੋਲ ਨਾ ਇੱਕ ਬਹੁਤ ਕੀਮਤੀ ਅਸਾਸਾ ਸਾਡੇ ਕਬੂਤਰਬਾਜ਼ੀ ਵਾਸਤੇ। ਤੇ ਕਬੂਤਰਬਾਜ਼ੀ ਦੇ ਮੁਕਾਬਲਿਆਂ ਦੇ ਹਵਾਲੇ ਨਾਲ ਵੀ ਦੇਖਿਆ ਜਾਏ ਤੇ ਪਾਕਿਸਤਾਨ ਦੀ ਵਨ ਆਫ ਦੀ ਮੋਸਟ ਪਪੂਲਰ ਸ਼ਖਸੀਅਤ ਹੈ ਉਹ, ਜਿਨ੍ਹਾਂ ਨੇ ਵੱਡੇ ਮੁਕਾਬਲੇ ਤੈਅ ਇੱਦਾਂ ਕੀਤੇ ਨੇ ਔਰ ਏਡੀ ਦਲੇਰੀ ਨਾਲ ਕੀਤੇ ਨੇ ਕਿ ਅਗਰ ਏਡੀ ਬਾਜ਼ੀ ਬੰਦਾ ਲਾ ਲੇ, ਮੇਰਾ ਖਿਆਲ ਆ ਕਿ ਜੇ 6 ਮਹੀਨੇ ਰਹਿੰਦੇ ਹੋਣ ਬਾਜ਼ੀ ਉੱਡਣ ਜਿੱਤੇ ਬੰਦਾ ਖੁੱਡੇ ਤੇ ਕੋਈ ਮੰਜੀ ਨਹੀਂ ਪਰੇ ਕਰ ਸਕਦਾ, ਕਿਉਂਕਿ ਨੀਂਦ ਹੀ ਨਹੀਂ ਆਉਂਦੀ ਕਿ ਬਾਜ਼ੀ ਜੋ ਇੰਨੀ ਲੱਗੀ ਹੈ। ਫਿਰ ਪਾਣੀ ਵੀ ਨਹੀਂ ਦਿੱਤਾ ਜਾਂਦਾ, ਫਿਰ ਸਾਫ਼ ਵੀ ਨਹੀਂ ਕੀਤਾ ਜਾਂਦਾ ਬਹੁਤ, ਫਿਰ ਝੰਡੀ ਗੱਲਾਂ ਵੈਸੇ ਬੰਦਾ ਭੁੱਲ ਜਾਂਦਾ ਤੇ ਝੰਡੀ ਮਾਰਨ ਲੱਗਿਆ ਬੰਦੇ ਤੇ ਬਲੱਡ ਲੋ ਹੋਇਆ ਹੁੰਦਾ ਕਿ ਜੇ ਥੱਲੇ ਆ ਗਏ ਤੇ ਫਿਰ ਮੈਂ ਵੀ ਗਿਆ ਥੱਲੇ। ਬਹਰਹਾਲ ਇਹ ਤੇ ਸੀ ਛੋਟੀਆਂ ਉਹਨਾਂ ਦੀਆਂ। ਲੇਕਿਨ ਉਸਤਾਦ ਮੋਇਨ ਨਵਾਜ਼ ਦੀ ਕੀਮੀਆਗਰੀ ਦੇ ਵਾਲੇ ਨਾਲ ਕਿਹੜੀ ਐਸੀ ਚੀਜ਼ ਤੁਹਾਨੂੰ ਕਲਿੱਕ ਕਰਦੀ ਹੈ ਕਿ ਯਾਰ ਬਹੁਤ ਵੱਡਾ ਉਸਤਾਦ? ਸਰ ਦੇਖੋ, ਉਡਾਣਾ ਲੌਜਿਕ ਦੇ ਨਾਲ ਗੱਲ ਕਰਨੀ ਹੈ, ਮਿਸਾਲ ਦੇ ਕੇ। ਉਡਾਣਾ ਤੇ ਇੱਕ ਜਿਹੜਾ ਨਾ ਫਨ ਹੈ ਹੀ ਹੈ, ਲੇਕਿਨ ਗੱਲ ਹੈ ਕਿ ਪਰਿੰਦੇ ਨੂੰ ਬਣਾਉਣਾ, ਇਹ ਉਸਤਾਦ ਉਹਨਾਂ ਦੇ ਕੋਲੋਂ ਮੈਂ ਬਹੁਤ ਕੁਝ ਇਸ ਬਾਰੇ 'ਚ ਸਿੱਖਿਆ। ਔਰ ਖ਼ਾਸ ਤੌਰ 'ਤੇ ਤੁਸੀਂ ਦੇਖੋ ਕਿ ਐਸੇ ਕਲਰ ਜਿਹੜੇ ਲੋਕ ਹਮੇਸ਼ਾ ਕਹਿੰਦੇ ਨੇ ਕਿ ਯਾਰ ਇਹ ਵੀ ਕਦੀ ਉੱਡਦੇ ਨੇ, ਇਹ ਤੇ ਗਰਮੀ ਦੇ ਮਾਰ ਖਾਂਦੇ ਨੇ, ਫਲੌਪ ਨੇ, ਇਹ ਨੇ ਉਹ ਨੇ, ਲੇਕਿਨ ਇਹ ਐਸੇ ਕਲਰ ਸੁਰਖੇ, ਲਾਖੇ, ਫਿਰ ਉਸ ਤੋਂ ਬਾਅਦ ਤੁੰਬੇ ਜੀ, ਤੇ ਮਤਲਬ ਕਾਲੇ, ਗ੍ਰੇ, ਇਸ ਤਰ੍ਹਾਂ ਦੇ ਕਲਰ ਉਸਤਾਦ ਉਹਨਾਂ ਨੇ ਉਡਾ ਕੇ ਦਿਖਾਤੇ ਨੇ, ਜਿਹੜੇ ਕੋਈ ਕਹਿ ਲਓ ਕਿ ਲੋਕ ਸਰਾਜੀ ਕਹਿ ਕੇ ਛੱਡ ਦਿੰਦੇ ਨੇ ਯਾਰ ਇਹ ਸਰਾਜੀ ਹੈ ਜੇ ਇਹਨੇ ਕੀ ਉਡਣਾ। ਉਸਤਾਦ ਉਹਨਾਂ ਨੇ ਉਹਨਾਂ ਨੂੰ ਪਰਫਾਰਮ ਕਰਵਾ ਕੇ ਆਮ ਕਬੂਤਰਾਂ ਤੋਂ, ਕਲਸਰਿਆਂ, ਕਲਦੁਮਿਆਂ ਤੋਂ ਹਟਾ ਕੇ ਦੁਨੀਆ ਨੂੰ ਉਡਾ ਕੇ ਦਿਖਾਇਆ ਕਿ ਇਹ ਵੀ ਉਡਦੇ ਨੇ। ਔਰ ਉਸਤਾਦ ਉਡਾਉਣ ਵਾਲਾ ਹੋਵੇ ਤੇ ਹਰ ਪਰਿੰਦਾ ਉਡਦਾ ਜਿਹਨੂੰ ਪਰ ਲੱਗੇ। ਮਾਸ਼ਾਅੱਲਾ। ਸਰ ਚਲਿए कोई 2-4 कबूतरों का शौक कराओगे जी? वेलकम जी, शौक कर लेते हैं कबूतरों का यार, इसको भी बुला हो जी। माशाअल्लाह 262 वाचिंग व्यूज़ ने साडे नाल इस टाइम, और मैं सारिਆਂ ਦਾ इंतहाई मशहूर हाँ कि सारे साडे नाल दोस्त ने। ਅੱਜ ਮਜ਼ਾ ਆਏਗਾ ਜੀ ਸਾਰੇ ਦੋਸਤਾਂ ਨੂੰ ਸ਼ੌਕ ਕਰਾਉਣ ਦਾ। ਹਾਫਿਜ਼ ਸਾਹਿਬ ਨੇ ਇੰਤਹਾਈ ਖੂਬਸੂਰਤ ਛੱਤ ਬਣਾਈ ਹੈ ਔਰ ਮਿਆਰ ਦੇ ਹਵਾਲੇ ਨਾਲ ਖੂਬਸੂਰਤੀ ਔਰ ਕਸ਼ੀਦ ਮਤਲਬ ਸਾਈਜ਼ ਦੇ ਹਵਾਲੇ ਨਾਲ ਇਹ ਸ਼ਹਿਰ ਫੈਸਲਾਬਾਦ ਦੀ ਮੈਂ ਸਮਝਦਾ ਕਿ ਵਾਹਦ ਬੜੀ ਛੱਤ ਹੈ ਜਿਹੜੀ ਕਿ ਇਸ ਲੈਵਲ ਦੇ ਨਾਲ ਬਣੀ ਹੋਈ ਹੈ। ਹਾਫਿਜ਼ ਸਾਹਿਬ ਨੇ ਇਹਦੇ ਸਾਈਜ਼ ਤੋਂ ਲੈ ਕੇ ਇਹਦੀ ਲਾਈਟਿੰਗ ਔਰ ਇਹਦੇ ਉਹ ਜਿਹੜਾ ਵਾਟਰ ਦਾ ਸਾਰਾ ਸਿਲਸਿਲਾਕਾਰ ਹੈ ਉਹਦੇ ਮੁਤਾਬਿਕ ਟੋਟਲੀ ਇੱਕ ਕੈਲਕੂਲੇਟ ਕਰਕੇ ਇੱਕ ਸਿਸਟਮ ਜਿਹੜਾ ਨਾ ਉਹ ਬਣਾਇਆ ਹੋਇਆ ਇਹਨਾਂ ਦਾ। ਹਰ ਇੱਕ ਖਾਨੇ ਦੇ ਵਿੱਚ ਅਲੱਗਾ ਪਾਣੀ ਦੀ ਟੂਟੀ ਲੱਗੀ ਹੈ, ਹਰ ਇੱਕ ਖਾਨੇ ਦੇ ਵਿੱਚ ਅਲੱਗਾ ਤੋਂ ਜਿਹੜਾ ਦਾਣੇ ਦੀ ਟਰੇ, ਪਾਣੀ ਦਾ ਬਰਤਨ, ਹਰ ਚੀਜ਼ ਜਿਹੜੀ ਉਹ ਅਲੱਗਾ। ਔਰ ਲਾਈਟਿੰਗ ਤੁਸੀਂ ਦੇਖ ਰਹੇ ਹੋ ਕਿੰਨੇ એનર્ਜੀ ਸੇਵਰ ਨੇ, ਅੰਦਰ ਬਾਹਰ ਉੱਪਰ ਔਰ ਵੱਡੀਆਂ ਲਾਈਟਾਂ ਜਿਹੜਾ। ਔਰ ਸਭ ਤੋਂ ਵੱਡੀ ਗੱਲ ਇੱਕ ਹੈ ਜਿਹੜੀ ਡਿਫਰੈਂਟ ਚੀਜ਼ ਤੁਹਾਨੂੰ ਨਜ਼ਰ ਆਏਗੀ, ਰਿੰਗਸ, ਯੈਲੋ ਰਿੰਗਸ। ਹਾਫਿਜ਼ ਸਾਹਿਬ ਮਾਸ਼ਾਅੱਲਾ ਇੰਟਰਨੈਸ਼ਨਲ ਫੇਮ ਦੇ ਬੰਦੇ ਨੇ। ਔਰ ਅਗਰ ਇਹ ਯੈਲੋ ਰਿੰਗਸ ਬਣੇ ਨੇ ਔਰ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੇ ਨੇ ਇਹ ਇੱਟਾਂ ਦੀ ਜਾਂ ਦੂਸਰਾ ਕੋਈ ਸੀਨ ਨਹੀਂ, ਇਹਦੇ ਵਿੱਚ ਕੋਈ ਸਪੈਸ਼ਲ ਕੋਈ ਤੋਂ ਸਵਾਲ ਕਰਦੇ ਆ ਇਹਦਾ ਵੀ ਜੀ। ਹਾਫਿਜ਼ ਸਾਹਿਬ ਇਹ ਰਿੰਗ ਤੁਸੀਂ ਬਣਾਏ ਯੈਲੋ ਕਲਰਸ? ਹਾਂਜੀ, ਇਹ ਫਰਸ਼ ਦੇ ਵਿੱਚ ਹੀ ਬਣਾਏ ਨੇ। ਅੱਛਾ, ਇਹ ਚਿਪਸ ਲਗਾ ਕੇ ਉਹਦੇ ਉੱਪਰ ਕਲਰ ਕੀਤਾ ਗਿਆ ਯੈਲੋ ਕਲਰ। ਅੱਛਾ ਜੀ। ਹਾਂਜੀ, ਇਹ ਪੂਰੀ ਛੱਤ ਦੇ ਵਿੱਚ ਡਿਜ਼ਾਈਨ ਕੀਤਾ ਗਿਆ, ਇਹ ਖਤਮ ਨਹੀਂ ਹੋ ਸਕਦੇ, ਐਜ਼ ਇਟ ਇਜ਼ ਰਹਿਣਗੇ, ਇੰਜ ਹੀ ਰਹਿਣਗੇ। ਤੇ ਇਹਦਾ ਮਕਸਦ ਸਰ ਕੀ ਹੈ? ਸਰ ਜਿਸ ਤਰ੍ਹਾਂ ਹੈਲੀਪੈਡ ਹੁੰਦਾ ਹੈ ਨਾ, ਜੋ ਲੈਂਡਿੰਗ ਵਾਸਤੇ ਆਸਾਨੀ ਹੁੰਦੀ, ਇਹ ਪਰਿੰਦਾ ਚੂੰਕਿ ਅਸੀਂ ਇੰਡਸਟਰੀਅਲ ਏਰੀਆ 'ਚ ਛੱਤ ਤੇ, ਹਾਂਜੀ, ਕਾਫੀ ਸਾਰੇ ਹੋਰ ਕਲਰਸ ਵੀ ਹੁੰਦੇ ਨੇ ਇੱਥੇ ਛੱਤਾਂ 'ਤੇ ਹੋਏ ਨੇ,
ਇਹ ਸਿਰਫ ਨਿਸ਼ਾਨੀ ਵਾਸਤੇ ਕਿ ਇਹਦਾ ਪਰਿੰਦਾ ਫਾਇਦਾ ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਤੱਕ ਦੀ ਤੁਹਾਡੀ ਜੇਠ ਹੋਏ, ਅਸੂ ਹੋਏ, ਹਾੜ ਹੋਏ, ਚੇਤਰ ਹੋਏ, ਹੁਣ ਤੱਕ ਦੀ ਤੁਹਾਡੀ ਛੱਤ ਦੀ ਹਾਈਐਸਟ ਪ੍ਰਵਾਜ਼ ਕੀ ਹੈ? ਹਾਈਐਸਟ ਪ੍ਰਵਾਸ ਫਿਰ ਮੈਂ ਓਵਰ ਟਾਈਮ 'ਚ ਜਾਵਾਂਗਾ। ਓਵਰ ਟਾਈਮ ਤੇ ਬੇਵਾ ਨੇ, हाईएस्ट ਜਿੰਨੀ ਵੀ ਹੈ ਤੁਹਾਡੀ ਤੁਸੀਂ ਦੱਸੋ। ओवर टाइम ही बताएं। ਮਤਲਬ ਓਵਰ ਟਾਈਮ ਦੇ ਵਿੱਚ ਵੀ ਤੁਸੀਂ ਜਾਈਏ ਤੇ ਤਕਰੀਬਨ 11:30 ਵਜੇ ਵੀ ਮੇਰਾ ਲਾਸਟ ਵਰਡ ਬੈਠਾ ਹੋਇਆ। 11:30 11:30 ਰਾਤ ਦੇ ਬਹੁਤ ਉਹ ਬੜਾ। ਸਾਹਮਣੇ- ਸਾਹਮਣੇ ਨਜ਼ਰ ਆਂਦਾ ਹੋਇਆ ਖੜਾ ਹੋ ਕੇ बहुत बड़ा। ਮਾਸ਼ਾਅੱਲਾ। 11:30 ਤੱਕ। ਔਰ ਓਵਰ ਟਾਈਮ ਵੈਸੇ ਆਮ ਰੂਟੀਨ 'ਚ 8 ਵਜੇ ਤੇ ਮੇਰੇ ਬੈਠਦੇ ਹੀ ਨੇ। ਇਹ ਪਰਿੰਦੇ ਦਾ ਇੱਕ ਸ਼ੌਕ ਕਰਾਵਾਂਗਾ, ਬੜੇ ਜੀ ਪ੍ਰੋਫੈਸਰ ਮਾਸ਼ਾਅੱਲਾ ਸਾਹਿਬ ਦੇ ਦਿੱਤੇ ਹੋਏ ਨੇ ਜੀ ਤੇ ਇਹ ਉਹਨਾਂ ਦੀ ਬਲੱਡ ਲਾਈਨ 'ਚ ਹੋਇਆ ਇੱਕ ਪਰਿੰਦਾ। ਮਾਸ਼ਾਅੱਲਾ ਮਾਸ਼ਾਅੱਲਾ। ਜ਼ਰਾ ਲਾਈਟ ਤੇ ਆਓ, ਜਿੱਥੇ ਉੱਪਰ ਬਿਲਕੁਲ ਸਿਰ ਤੇ ਲਾਈਟ ਹੋਵੇ ਉਧਰ ਚਲੇ ਜੀ, ਉਧਰ ਆ ਉਧਰ ਆ ਜਾਓ। ਜਾਓ। ਤੇ ਤੁਸੀਂ ਅੱਗੇ ਖੜੇ ਹੋ ਜਾਣਾ, ਅਸੀਂ ਜ਼ਰਾ ਪਿੱਛੇ ਖੜੇ ਹੋ ਜਾਾਂਗੇ ਤੇ ਇਹਦਾ ਜ਼ਰਾ ਪਰ ਜਿਸਮ ਦਾ ਸ਼ੌਕ ਕਰਾਓ। ਜੀ ਸਰ, ਇਹ ਯੈਸ 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 ਓਕੇ। ਹੈਲੋ। ਬਸ ਇੱਥੇ ਤੁਸੀਂ ਸਟਿਲ ਰੱਖਣਾ ਹੈ। ਇਹ ਬੌਸ ਦੀ ਤਰਫੋਂ ਆਇਆ? ਜੀ ਬਿਲਕੁਲ। ਠੀਕ ਹੈ। बहुत अल्लाह। ਬਹੁਤ ਹੀ ਇੰਟੈਲੀਜੈਂਟ ਕਬੂਤਰ ਹੈ। ਨੁਮਾਨ ਭੱਟ ਸਾਹਿਬ ਦੇਖ ਰਹੇ ਹੋ, ਕੋਈ ਕਮੈਂਟਸ ਹੀ ਕਰ ਦਿਓ। ਸਾਰਾ ਇਲਮ ਕਿੱਥੇ ਲੈ ਕੇ ਜਾਣਾ ਜੇ? ਗੁਜਰਾਂ ਵਾਲੀ ਵੰਡੀ ਜਾਂਦੇ, ਫੈਸਲਾਬਾਦ ਵੀ ਕੋਈ ਦੇ ਦਿਓ। नहीं नहीं लाहौर भी बांट देना। ਲਾਹੌਰ ਵੀ ਵੰਡਣ ਹੈ? ਹਾਂਜੀ। ਅੱਛਾ ਜੀ ਜੀ ਸਰ। ਹਾਂਜੀ, ਇਹ ਇਹਦਾ ਪਰ ਵੀ ਦੇਖੋ। ਸੁਭਾਨ ਅੱਲਾ, ਕੀ ਬਾਤ। आउटस्टैंडिंग। ਜੀਓ, ਬਹੁਤ ਆਲਾ। ਮਤਲਬ ਮੈਂ ਜ਼ੋਰ ਲਗਾ ਕੇ ਇਹਨੂੰ ਖਿੱਚਿਆ ਹੋਇਆ 20 ਦੇ 20 ਤੇ- ਚੰਗੇ। ਹਾਂਜੀ, ਖਿੱਚਣ ਨਹੀਂ ਦੇ ਰਿਹਾ ਮੈਨੂੰ ਪਰ ਆਪਣੇ ਵੱਲ। ਔਰ ਮੈਂ ਇੱਕ ਦੋਸਤਾਂ ਨੂੰ ਅੱਜ ਇੱਕ ਟਿਪ ਦੇ ਦੇਣਾ। ਇਹ ਟਿਪ ਵੈਸੇ ਹੈ ਤਕਰੀਬਨ ਕੋਈ $1 ਲੱਖ ਦੀ ਟਿਪ ਆ ਜਿਹੜੀ ਅੱਜ ਸਾਰੇ ਦੋਸਤਾਂ ਨੂੰ ਦੇਣੀ ਹੈ, ਪਰ ਦੇਣੀ ਅੱਜ ਫ੍ਰੀ ਹੈ। ਜਿਸ ਕਬੂਤਰ ਦੀ ਬਗਲ ਇਸ ਤਰ੍ਹਾਂ ਹੋਵੇ, ਇਹ ਬਗਲ ਦੇ ਉੱਤੇ ਅਗਲਾ ਪਰ ਚੜਿਆ, ਅਗਲੀ ਬਗਲ ਤੇ ਅਗਲਾ, ਸੈਂਟਰ ਦੀ ਤੀਲੀ ਨੂੰ ਤਿੰਨਾਂ ਪਰਾਂ ਨੇ ਨਹੀਂ ਛੱਡਿਆ, ਉਹ ਜ਼ਿੰਦਗੀ 'ਚ ਕਦੀ ਥੱਲੇ ਦਾ ਗੇੜਾ ਨਹੀਂ ਮਾਰੇਗਾ। ਔਰ 8-10 ਘੰਟੇ ਦੀ ਲਾਜ਼ਮੀ ਪ੍ਰਵਾਜ਼ ਉਸ ਕਬੂਤਰ 'ਚ ਹੋਏਗੀ, ਜਿਹਦੇ ਇਹ ਤਿੰਨ ਪਰ ਇੱਕ ਦੂਜੇ ਨੂੰ ਤੀਲੀ ਨੂੰ ਟੱਕਣ ਤੇ ਬਾਕੀਆਂ ਦਾ ਗੁੱਛਾ ਬਣ ਕੇ ਕੰਡ ਦੇ ਉੱਤੇ ਚਲੀ ਜਾਏ। ਇਹ ਅੱਜ ਦੀ ਟਿਪ ਹੈ ਦੋਸਤ, ਇਹਨੂੰ ਯਾਦ ਰੱਖਿਓ। ਔਰ ਜਿੱਥੇ ਜਿੱਥੇ ਵੀ ਇਹਨੂੰ ਲਿਆਓਗੇ, ਇਨਸ਼ਾਅੱਲਾ ਤਾਲਾ ਪਰਫਾਰਮੈਂਸ ਜਿਹੜੀ ਹੈ ਉਹ ਤੁਹਾਡੇ ਕਬੂਤਰਾਂ ਦੇ ਵਿੱਚ ਕਦੀ ਖਤਮ ਨਹੀਂ ਹੋਏਗੀ। ਹੁਣ ਇਸ ਕਬੂਤਰ ਦੀ ਪਰਫਾਰਮੈਂਸ ਦੇ ਬਾਰੇ ਆਪ ਸਾਹਿਬ ਕੋ ਸਵਾਲ ਕਰਦੇ। ਆਪ ਸਾਹਿਬ ਕੀ ਰਿਜ਼ਲਟ ਹੈ ਇਸ ਕਬੂਤਰ ਦਾ? ਸਰ ਬਹੁਤ ਅੱਛਾ ਰਿਜ਼ਲਟ ਹੈ ਜੀ। ਇਹਦੇ ਬੱਚੇ ਵੀ ਔਰ ਇਹਦੇ ਪੱਠੀਆਂ ਪੱਠੇ ਬੱਚਿਆਂ ਦੇ ਅੱਗੇ ਬੱਚੇ ਵੀ ਮੈਂ ਉਡਾਉਣਾ ਜੀ, ਤੇ ਅਲਹਮਦੁਲਿਲਾ ਇਹ ਬਹੁਤ ਅੱਛਾ ਹੋ ਰਿਹਾ। ਕੀ ਬਾਤ ਹੈ, ਮਾਸ਼ਾਅੱਲਾ। ਯਾਨੀ ਕਿ ਇਹ ਹੈ ਜਿਹਨੂੰ ਤੁਸੀਂ ਸਮਝਦੇ ਹੋ ਕਿ ਫਿਊਚਰ 'ਚ ਇਹਦਾ ਬਲੱਡ ਮੈਂ ਅੱਗੇ ਜ਼ਰੂਰ ਕਨਵਰਟ ਕਰਨਾ ਚਾਹਾਂਗਾ। ਬਿਲਕੁਲ ਠੀਕ, ਬਲੱਡ ਮੈਂ ਜ਼ਰੂਰ ਚਲਾਵਾਂਗਾ। ਮਾਸ਼ਾਅੱਲਾ। ਇਹਦੇ ਨਾਲ ਮਾਦੀ ਕਿਹੜੀ ਲਾਈ ਹੈ? ਜ਼ਰਾ ਰਾਜ਼ ਖੋਲ ਦਿਓ ਸਾਰਾ ਹੀ ਜਿਹੜਾ ਵੀ ਹੈ ਤੁਹਾਡੇ ਕੋਲ, ਦਿਖਾ ਦੇ। ਵੇਖੀ ਜਾਏਗੀ। ਫਿਰ ਕੋਈ ਬੱਚਾ ਵੀ ਐਸਾ ਦਿਖਾ ਦਿਓ ਜਿਹਦਾ ਕੋਈ ਤੁਹਾਡੇ ਕੋਲ ਮੋਹਰ ਲਵਾ ਕੇ ਸ਼ਾਮ ਨੂੰ ਬੈਠਾ ਹੋਵੇ, ਤਾਂ ਕਿ ਕਲਰ ਔਰ ਬਲੱਡ ਲਾਈਨ ਮਾਂ ਬਾਪ ਮਿਲ ਕੇ ਕੀ ਬਣਿਆ ਉਹ ਵੀ ਦੋਸਤਾਂ ਨੂੰ ਪਤਾ ਚੱਲ ਜਾਏ। ਬਿਲਕੁਲ ਦਿਖਾ ਦੇ। ਔਰ ਇਸ ਟਾਈਮ ਮਾਸ਼ਾਅੱਲਾ 300 ਵਾਚਿੰਗ ਵਿਊ ਹੈ ਤੁਹਾਡਾ। ਔਰ ਖਾਨ ਨੂੰ ਬੁਲਾਓ। 301 ਬੰਦੇ ਨੇ ਸਾਡੇ ਨਾਲ ਮਾਸ਼ਾਅੱਲਾ। ਮੈਂ ਪੂਰਾ ਜੋੜਾ ਹੀ ਦਿਖਾ ਦੇ। ਦਿਖਾ ਦਿਓ ਸਰ। ਤੇ ਜੇ ਵੱਡਾ ਦਿਲ ਹੋਵੇ ਤੇ ਡੱਬੇ 'ਚ ਵੀ ਪਾ ਦਿਓ, ਤੁਹਾਡੇ ਕੋਲ ਤਾਂ ਨਸਲ ਬਹੁਤ ਬਣ ਗਈ ਹੋਣੀ ਹੈ। ਅਸੀਂ ਤੁਹਾਨੂੰ ਆਂਡੇ ਉਂਡੇ ਭੇਜ ਦਿਆਂਗੇ। ਸ਼ੁਰੂ ਕੀਤੀ ਹਲੇ ਮੈਂ। ਅੱਛਾ, ਸ਼ੁਰੂ ਕੀਤੀ। ਇਹ ਤਿੰਨ ਖੁੱਡੇ ਜਿਹੜੇ ਨੇ ਸਾਰੇ ਕੌਮੀ ਖਜ਼ਾਨਾ? ਹੋਰ ਕੋਈ ਪਰਿੰਦਾ ਦਿਖਾਣਾ ਉਹਨੂੰ ਛੱਡ ਦੇ ਇੱਕ ਮਿੰਟ। ਕਿਉਂ ਆਪ ਸਾਹਿਬ? ਹਾਂਜੀ, ਇਹ ਜਿਹੜੇ ਤਿੰਨ ਖੁੱਡੇ ਨੇ ਇਹ ਕਿਹੜਾ ਖਜ਼ਾਨਾ ਹੈ? ਫਿਲਹਾਲ ਮੈਂ ਜੋੜੇ ਤੋੜੇ ਨੇ। ਅੱਛਾ ਜੀ, ਹਾਂਜੀ, ਨਾਰ ਇੱਕ 'ਚ ਨੇ, ਮਾਦੀਆਂ ਇੱਕ 'ਚ ਨੇ। ਅੱਛਾ ਤੇ ਜੀ, ਵੈਸੇ ਆਮ ਰੂਟੀਨ 'ਚ ਇਹ ਜਿਹੜਾ ਨਾ ਉਦੋਂ ਬੱਚੇ ਨਿਕਲ ਕੇ ਤੇ ਇਹਦੇ 'ਚ ਆਉਂਦੇ ਨੇ। ਅੱਛਾ ਅਸੀਂ ਜੀ। ਚੇਤਰ ਇੱਥੋਂ ਖੇਲੀਦਾ। ਕਿੱਥੋਂ ਖੇਲੀ ਦਾ ਜੀ? ਅੱਛਾ ਜੀ, ਇਹ ਇੱਥੋਂ ਤਿੰਨ ਤੋਂ। ਖੁੱਡਿਆਂ ਤੋਂ ਅਸੀਂ ਚੇਤਰ ਖੇਲੀਦਾ। ਅੱਛਾ ਅੱਛਾ ਅੱਛਾ, ਮਾਸ਼ਾਅੱਲਾ। ਇਹਨਾਂ ਤਿੰਨਾਂ ਤੋਂ ਚੇਤਰ ਖੇਲ ਕੇ ਜਿਹੜੇ ਬਰਡ ਸਾਡੇ ਮੈਚੁਰ ਹੁੰਦੇ ਨੇ ਉਹਨਾਂ ਨੂੰ ਅਸੀਂ ਇਸ ਸਟੇਜ ਆਪ ਸਾਹਿਬ ਆਲਮੋਸਟ ਕਿੰਨੇ ਕਬੂਤਰ ਹੋਣਗੇ ਤੁਹਾਡੇ ਕੋਲ? ਮੇਰੇ ਕੋਲ ਹੋਣਗੇ 1000 ਅਬਵ ਆਲਮੋਸਟ ਸਾਰੇ ਮਿਲ ਮਿਲਾ ਕੇ ਜੋੜਿਆਂ ਵਾਲੇ 1000 ਦੇ ਕਰੀਬ ਕਬੂਤਰ ਹੋਏਗਾ ਤਕਰੀਬਨ। ਤੇ ਆਪ ਸਾਹਿਬ ਜਦੋਂ ਤੁਸੀਂ ਛੱਤ ਸਾਰੀ ਬਣਾਈ ਹੈ, ਜੋ ਕਿ ਜਗ੍ਹਾ ਤੇ ਤੁਹਾਡੀ ਆਪਣੀ ਹੈ, ਹਾਂਜੀ, ਤੇ ਕੀ ਕਾਸਟ ਜਿਹੜੀ ਹੈ ਤੁਹਾਡੀ ਇਹਦੇ ਉੱਪਰ ਆ ਗਈ ਵੈਸੇ? ਨਹੀਂ ਇਹਨਾਂ ਦੇ ਮੈਂ ਨਹੀਂ ਐਸਟੀਮੇਟ ਤੇ ਬਹੁਤ ਜ਼ਿਆਦਾ ਹੈ। ਅੱਛਾ ਜੀ, ਤਕਰੀਬਨ ਆਲਮੋਸਟ ਕੋਈ 40-100,000 ਤੋਂ ਉੱਪਰ ਚਲਾ ਗਿਆ। ਅੱਛਾ। 40 ਲੱਖ ਤੋਂ ਉੱਪਰ। 40 ਲੱਖ ਰੁਪਈਆ ਲੱਗ ਗਿਆ ਹੈ, ਮਤਲਬ ਇੱਥੇ ਤੱਕ ਆਉਂਦੇ ਆਂ। ਲੇਕਿਨ ਉਹ ਮੈਂ ਇਸ ਲਈ ਪੁੱਛ ਰਿਹਾ, ਮੇਰੀ ਗੱਲ ਸੁਣੋ। ਨਹੀਂ, ਮੈਂ ਇਹ ਪੁੱਛ, ਇਸ ਵਾਸਤੇ ਮੇਰਾ ਸਵਾਲ ਹੈ, ਇਹਦਾ ਅਸੀਂ ਅੰਦਰ ਵੀ ਅੱਜ ਵਿਜ਼ਿਟ ਕਰਾਂਗੇ, ਇਹਦੇ ਅੱਗੇ ਤੁਸੀਂ ਇਹਨੂੰ ਬਣਾਇਆ, ਆਖਰ ਇਹਦੇ ਤੁਹਾਨੂੰ ਕੋਈ ਗੁੱਡ ਰਿਜ਼ਲਟ ਹੈ ਨੇ ਨਾ? ਹਾਂਜੀ, ਮੈਂ ਇਹਨੂੰ ਤਾਂ ਕਿ ਅਗਰ ਕੋਈ ਬੰਦਾ ਇਸ ਲੈਵਲ ਤੇ ਨਾ ਬਣਾਏ, ਛੋਟੀ ਬਣਾਏ, ਲੇਕਿਨ ਉਹ ਇਹਨਾਂ ਚੀਜ਼ਾਂ ਨੂੰ, ਇਹਨਾਂ ਪੁਆਇੰਟਾਂ ਨੂੰ ਫੋਲੋ ਕਰ ਲੇ। ਬਹੁਤ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਸਾਰੀ ਛੱਤ ਡਿਜ਼ਾਈਨ ਕੀਤੀ ਹੋਈ ਹੈ। ਹਾਂਜੀ ਮਤਲਬ ਆਰਕੀਟੈਕਚਰ ਦੇ ਕੋਲੋਂ ਇਹਦਾ ਨਕਸ਼ਾ ਬਣਵਾਇਆ ਸੀ ਜੀ, ਔਰ ਉਹਨੂੰ ਕੋਈ 20 ਦਫਾ ਆਪਣੇ ਪਰਿੰਦਿਆਂ ਦੇ ਹਿਸਾਬ ਨਾਲ ਉਹਨੂੰ ਕੈਲਕੂਲੇਟ ਕੀਤਾ ਸੀ ਕਿ ਹਾਂ ਹੁਣ ਠੀਕ ਹੈ ਇੱਥੇ ਜਾ ਕੇ। ਅੱਛਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਚੇਤਰ ਅਸੀਂ ਇੱਥੋਂ ਖੇਲੀਦਾ। ਹਾਂਜੀ ਇਹਦੀ ਰੀਜ਼ਨ ਹੈ ਕਿ ਇੱਥੇ ਚੇਤਰ ਦੇ ਵਿੱਚ ਸਾਰਾ ਦਿਨ
ਜਿਹੜਾ ਨਾ ਉਹ ਧੁੱਪ ਪੈਂਦੀ ਠੀਕ ਹੈ ਨਹੀਂ ਹੁੰਦੀ। ਠੀਕ ਇਹ ਹੈ। ਮੇਨ ਰੀਜ਼ਨ ਹੈ ਅਸੀਂ ਚੇਤਰ ਇਸ ਕਰਕੇ ਇੱਥੋਂ ਖਰੀਦਾ ਹੈ, ਜਿਹੜਾ ਥੋੜੀ ਜਿਹੀ ਸਰਦੀ ਆ ਕਿਉਂਕਿ ਮੌਸਮ ਬੱਚੇ ਤੇ ਅਸੀਂ ਅੱਛੀ ਵਾਲੀ ਠੰਡ ਹੁੰਦੀ ਇਹ ਫੜ ਕੇ ਰੱਖੀ ਹਾਂਜੀ ਇਸ ਕਰਕੇ ਅਸੀਂ ਇਹ ਡਿਜ਼ਾਈਨ ਦੇ ਵਿੱਚ ਸੀ ਕਿ ਅਸੀਂ ਬੱਚਿਆਂ ਦਾ ਸਾਰਾ ਸੈਟਅਪ ਇਸ ਜਗ੍ਹਾ ਤੇ ਕਰਨਾ। ਔਰ ਉਸ ਤੋਂ ਬਾਅਦ ਜੇਠ ਵਾਸਤੇ ਇਸ ਕਰਕੇ ਇੱਥੇ ਚੱਲ ਜਾਈਦਾ ਕਿ ਸਨ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਬੈਕ ਸਾਈਡ ਤੇ ਚਲੇ ਜਾਂਦੀ, ਇੱਥੇ ਧੁੱਪ ਨਹੀਂ ਪੈਂਦੀ ਤੇ ਪਰਿੰਦਾ ਜਦੋਂ ਆਪਣੇ ਘਰ ਵਾਪਸ ਆਉਂਦਾ ਔਰ ਬੜੇ ਸਕੂਨ ਨਾਲ ਆਪਣੇ ਕੇਜ 'ਚ ਜਿਹੜਾ ਨਾ ਰੈਸਟ ਕਰਦਾ। ਇਰਫਾਨ ਭਾਈ ਉਹਦੀ ਮਾਦੀ ਤੇ ਫੜ ਕੇ ਲਿਆਓ। ਮਾਦੀਆਂ 322 ਵਾਚਿੰਗ ਵਿਊਜ਼ ਨੇ ਹਾਫਿਜ਼ ਸਾਹਿਬ ਤੁਹਾਡੇ ਨਾਲ ਜੀ। ਦੋਸਤੋ ਤੁਸੀਂ ਰਿਕਾਰਡ ਜਦੋਂ ਇਹ ਵੀਡੀਓ ਹੋਏਗੀ ਲਾਜ਼ਮੀ ਦੇਖਣਾ। ਹਾਫਿਜ਼ ਸਾਹਿਬ ਨੇ ਇੱਕ ਕਬੂਤਰ ਦਾ ਸ਼ੌਕ ਕਰਵਾਇਆ ਔਰ ਹਾਫਿਜ਼ ਸਾਹਿਬ ਦਾ ਇਹ ਕਹਿਣਾ ਕਿ ਉਹ ਕਬੂਤਰ ਮੈਂ ਆਉਣ ਵਾਲੀ ਜਿੰਨੀਆਂ ਵੀ ਬਰੀਡਸ ਬਣਾਵਾਂਗਾ ਜਾਂ ਅੱਗੇ ਜੋੜੇ ਲਾਵਾਂਗਾ, ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਉਹਨਾਂ ਦੇ ਨਾਲ ਮਾਦੀ ਪੱਠੀ ਪੱਠਾ ਉਹਨਾਂ ਨੂੰ ਅੱਗੇ ਲਾਜ਼ਮੀ ਉਹਨਾਂ ਦਾ ਖੂਨ ਸ਼ਾਮਲ ਕਰਾਂ। ਔਰ ਮੈਨੂੰ ਖੁਦ ਜਿਹੜਾ ਜ਼ੈਨ ਭਾਈ ਕਲਰਫੁਲ ਬਰਡਸ ਜਿਹੜੇ ਨੇ ਉਹ ਬਹੁਤ ਪਸੰਦ ਹੈ। ਅੱਛਾ ਕਲਰ ਬਣਾਉਣ ਦਾ ਮੈਨੂੰ ਬੜਾ ਸ਼ੌਕ ਹੈ ਜੀ ਕਿ ਅੱਛੇ ਅੱਛੇ ਕਲਰਸ ਬਣਨ ਤੇ ਬਸ ਉਹਦੇ ਉੱਪਰ ਮਿਹਨਤ ਸਟਰਗਲ ਕਰ ਰਹੇ ਹਾਂ। ਇੱਥੇ ਸਿਗਨਲ ਦਾ ਇਸ਼ੂ ਜ਼ਰਾ ਥੋੜਾ ਜਿਹਾ ਅੱਗੇ ਆ ਜਾਈਏ। कलर ਤੁਹਾਡਾ ਕਿਹੜਾ ਇੱਕ ਹੀ ਕਲਰ ਹੈ ਮੇਰੇ ਤੇ ਸਾਰੇ ਫੇਵਰਿਟ ਕਲਰ ਜਿਹੜੇ ਨੇ ਉਹ ਚੀਨੇ ਮੀਨੇ ਹੈ ਜਿਹੜੇ ਕੋ ਹਟ ਕੇ ਹੋ डार्क ਡਾਰਕ ਕਲਰ ਗਹਿਰੇ ਛਪੇ ਹੋਏ ਤੇ ਜਾਂ ਅਗਰ ਵਾਈਟ ਵੀ ਨੇ ਤਾਂ ਬਿਲਕੁਲ ਵਾਈਟ ਮਤਲਬ ਇਸ ਤਰ੍ਹਾਂ ਦੇ ਕਲਰ ਜਿਹੜੇ ਆਮ ਨਾ ਨਹੀਂ ਨਜ਼ਰ ਦੇਖਣ ਨਾ ਦੇਖਣ ਹਾਫਿਜ਼ ਸਾਹਿਬ ਇੱਧਰ ਅੰਦਰ ਚਲਿਏ ਚਲੇ ਜਾਂਦੇ। ਆ ਜਾਓ। ਵਾਹ ਹਾਫਿਜ਼ ਸਾਹਿਬ ਜੀ। ਦੋਸਤੋ ਹਾਫਿਜ਼ ਸਾਹਿਬ ਦਾ ਬਰੀਡਿੰਗ ਕੇਜ ਔਰ ਮਾਸ਼ਾਅੱਲਾ ਹਾਫਿਜ਼ ਸਾਹਿਬ ਦਿਖਾ ਰਹੇ ਨੇ ਰੋਜ਼ ਜ਼ੈਨ ਭਾਈ ਇਹ ਮਾਦੀ ਹੈ ਉਹਦੇ ਨਾਲ ਜਿਹੜੀ ਮੈਂ ਜ਼ਰਾ ਫੜੋ ਇਹਨੂੰ ਤੇ ਮੈਂ ਆਈਜ਼ ਕਲੋਜ਼ ਕਰਾਂ। ਤੇ ਓਕੇ ਸ਼ਾਹ ਜੀ ਇੱਥੇ ਆ ਜਾਓ ਤੁਸੀਂ। आ जाओ ਜੀ ਦੋਸਤੋ ਇਹ ਪਾਸ ਜੋੜਾ ਜੀ ਹਾਫਿਜ਼ ਸਾਹਿਬ ਦਾ ਜਿਹਨੂੰ ਉਹ ਅੱਗੇ ਤੋਂ ਅੱਗੇ ਕਨਵਰਟ ਕਰਨਾ ਪਸੰਦ ਕਰ ਰਹੇ ਨੇ। ਕੋਈ ਇਹਨਾਂ ਦੇ ਬੱਚਿਆਂ ਦੇ ਵੀ ਬਹੁਤ ਅੱਛੇ प्योर ਰਿਜ਼ਲਟ। प्योर है जोड़ा ਜੀ ਜੀ ਇਹਦੀ ਵੀ ਅੱਖ ਉਸ ਤਰ੍ਹਾਂ ਦੀ ਹੈ ਹਾਫਿਜ਼ ਸਾਹਿਬ। ਇਹ ਪਿਓਰ ਹੀ ਲਗਾਇਆ ਪਿਓਰ ਹੀ ਇਹਦੇ ਬੱਚੇ ਮੈਂ ਉਡਾਨੇ ਮਾਸ਼ਾਅੱਲਾ ਮਾਸ਼ਾਅੱਲਾ ਬੜੇ ਬੜੇ ਖੂਬਸੂਰਤ ਬੜੇ ਬੜੇ ਬਹੁਤ ਜ਼ਬਰਦਸਤ ਸਰ ਕਿਸਮ ਜ਼ਰਾ ਦੇ ਪਰ ਵੀ ਖੋਲੋ। आगे जाके फिर वो दूजे ਦੋ इस्तेमाल ਜ਼ੈਨ हो ਭਾਈ ਪਰ ਵੀ ਖੋਲਤਾ ਸਾਰਾ। ਮਾਸ਼ਾਅੱਲਾ ਉਹ ਗੱਲ ਤੁਹਾਡੇ ਕੋਲ ਲੁਕੋਈ ਨਹੀਂ ਫਿਰ ਨਾ ਮੈਨੂੰ ਕਹਿਣਾ। ਨਹੀਂ ਜੀ ਨਹੀਂ ਬਿਲਕੁਲ ਮਾਸ਼ਾਅੱਲਾ ਜੀ। ਦੋਸਤੋ ਬਹੁਤ ਅੱਛੇ ਪਰਾਂ ਦੀ ਕਬੂਤਰੀ ਹੈ। ਅੰਦਰ ਦੇ ਪਾਰੇ ਦੇ ਬੇਮਿਸਾਲ ਨੇ, ਬਾਹਰ ਦੇ ਪਾਰੇ ਦੇ ਬੇਮਿਸਾਲ ਨੇ। ਬਗਲ ਦੇਖੋ ਤੁਸੀਂ ਉਹਦੀ ਕਿੱਥੇ ਹੈ ਔਰ ਬਗਲ ਵਾਲੇ ਪਰ ਵੀ ਦੇਖ ਲਓ, ਤਾਸ਼ ਪੂਰੀ ਬਣੀ ਹੋਈ ਹੈ ਔਰ ਰੇਸ਼ਮ ਇੰਨੀ ਹੈ ਹਾਫਿਜ਼ ਸਾਹਿਬ ਦੇ ਹੱਥ 'ਚ ਦੇਖ ਲਓ ਦੂਰੀ ਤੀਰੀ ਹੋ ਰਹੀ ਹੈ, ਸਟਿਫ ਨਹੀਂ ਲਚਕਦਾਰ ਹੈ ਬਿਲਕੁਲ। ਔਰ ਕਲਰ ਵੀ ਤੁਸੀਂ ਦੇਖ ਰਹੇ ਹੋ ਆਈਡੀਅਲ ਕਲਰ ਹੈ ਤਾਂ ਮਾਸ਼ਾਅੱਲਾ। ਕਿੰਨੇ ਵਜੇ ਤੱਕ ਹਾਫਿਜ਼ ਸਾਹਿਬ ਇਸ ਜੋੜੇ ਨੇ ਬੱਚੇ ਬਿਠਾਏ ਨੇ? ਬਾਹਰ ਦੀਆਂ ਕਣੀਆਂ ਦੇਖੋ ਇਹਦੀਆਂ ਦੋ ਕਿੱਥੇ ਨੇ, ਨਰ ਦੀਆਂ ਵੀ ਤੁਸੀਂ ਦੇਖ ਲੀਆਂ, ਮਾਦੀ ਦੀਆਂ ਵੀ ਦੇਖ ਲਓ, ਕਲਰ ਦੇਖ ਲਓ, ਸਟੇਟਨੈਸ ਦੇਖ ਲਓ। ਉਮੀਦ ਹੈ ਤੁਹਾਨੂੰ ਦੋਸਤਾਂ ਨੂੰ ਮਜ਼ਾ ਆਏਗਾ ਔਰ ਕੁਛ ਨਾ ਕੁਛ ਮਿਲੇਗਾ ਜ਼ਰੂਰ ਸਭ ਨੂੰ। ਹਾਫਿਜ਼ ਫਰੂਕ ਸਾਹਿਬ ਵਾਲੇਕਮ ਸਲਾਮ, ਬਹੁਤ ਦੇਰ ਦਾ ਸਲਾਮ ਕਹਿ ਰਹੇ ਹੋ ਤੁਸੀਂ। ਮਾਸ਼ਾਅੱਲਾ बहुत ज़्यादा ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਵੀ ਬੌਸ ਦੀ ਤਰਫੋਂ ਹੀ ਆਈ ਹਾਫਿਜ਼ ਸਾਹਿਬ? ਨਹੀਂ ਇਹ ਮੇਰੇ ਮੈਂ ਕਿਤੇ ਹੋਰ ਲੈ ਅੱਛਾ ਅੱਛਾ ਅੱਛਾ, ਮਤਲਬ ਜੋੜਾ ਤੁਸੀਂ ਆਪ ਲਾਇਆ। ਜੋੜਾ। ਜਰਾ ਛੱਡ ਕੇ ਵੀ ਦਿਖਾਓਗੇ ਇਹਨੂੰ। ਸਰ ਜ਼ਰੂਰ। हाफिज़ साहब देखी लग रही लो खैर वीडियो तो बाद तो का क्या बात है जी, कैसा ਉਹਦਾ व्यू आ रहा है खूबसूरती दी और बॉडी स्ट्रक्चर दी एक खूबसूरत मिसाल है माशाल्लाह 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 जी। दोस्तों कलर पसंद आ रहा है, ਇਹ ਫਿਜ਼ੀਕ ਹੋਣੀ ਚਾਹੀਦੀ ਏ ਕਬੂਤਰਾਂ ਦੀ, ਫੇਰ ਕਬੂਤਰ ਕੋਈ जो ਉੜਾਉਂਦਾ। केजेस हैं क्या साइज है इनका? आ जाए यार थेरोपेड्स आओ सर। केजेस का साइज क्या है आपके? केज है ऑलमोस्ट कोई 3 फीट का 10 फुट है ਇਹ ਦਿਖਾ ਯਾਰ ਨਾਲ ਮੈਂ ਜ਼ਰਾ 1 ਮਿੰਟ। 2 फुट ऊपर चल, चल। 2 फुट क्या है ਹਾਫਿਜ਼ ਕੀ ਰੱਖਿਆ ਸਾਈਜ਼ ਇਹਦਾ? 3 ਫੁੱਟ ਇਹਦੀ ਅੰਦਰ? ਹਾਂਜੀ ਚੌੜਾਈ ਹੈ ਇਹ ਅੱਛਾ ਜੀ ਤੇ 2 ਫੁੱਟ ਲੈਂਥ ਹੈ ਹਾਂਜੀ। 2 ਫੁੱਟ ਗਹਿਰਾਈ। ਠੀਕ 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 ਆ ਜਾਓ। ਇਹ ਕਿੰਨੇ ਖਾਨੇ ਬਣਾਏ ਨੇ ਆਪ ਸਭ? ਕਿੰਨੀ ਜਗ੍ਹਾ? ਇਹ ਕਮਰੇ ਦਾ ਕੀ ਸਾਈਜ਼ ਹੈ? 12 ਬਾਈ 12 ਇਹਦਾ ਸਾਈਜ਼ ਹੈ। 12 ਬਾਈ 12। ਇਹਦੇ ਚ ਇਹ ਤਕਰੀਬਨ ਕੇਜ ਬਣੇ ਨੇ 48 ਟੋਟਲ। ਦੋ ਮੇਰੇ ਕੋਲ ਰੂਮ ਨੇ 12 ਬਾਈ ਹਾਂ 12। ਇੱਥੇ ਹੀ ਰਹਿ ਜਾ। ਅੱਛਾ ਜੀ
ਇਹ ਇਹਦਾ ਬੱਚਾ ਜੀ ਹਾਂਜੀ ਇਹ ਇਸ ਜੋੜੇ ਦਾ ਅੱਗੇ ਪੱਠੀ ਹੈ ਮੇਰੇ ਕੋਲ। ਮਾਸ਼ਾਅੱਲਾ ਇਹ ਤੁਸੀਂ ਕਲਰ ਦਿਖਾਓ ਪਹਿਲੇ। ਜੀ ਇਹ ਦੇਖੋ ਕਲਰ ਬਣਾ ਲਏ ਤੁਸੀਂ ਆਪਣੇ ਮਤਲਬ ਦੇ। ਮੈਂ ਤੁਹਾਨੂੰ ਅੱਗੇ ਦੱਸਿਆ ਮੈਨੂੰ ਕਲਰ ਦਾ ਸ਼ੌਕ ਹੈ ਔਰ ਇਹ ਮੈਂ ਉਡਾਈ ਹੈ ਇਸੇ ਕੰਡੀਸ਼ਨ 'ਚ। ਅੱਛਾ ਮਾਸ਼ਾਅੱਲਾ। ਕਿੰਨੇ ਵਜੇ ਤੱਕ ਦੀ ਪ੍ਰਵਾਜ਼ ਹੈ? ਬਹੁਤ ਅੱਛਾ ਉੜੀ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਇਹਨੂੰ ਪੂਰਾ ਟੈਸਟ ਕਰ ਲਿਆ ਸੀ ਉਸ ਤੋਂ ਬਾਅਦ ਫਿਰ ਮੈਂ ਕਿਆ? ਬਰੀਡਿੰਗ 'ਚ ਇਹਨੂੰ ਲੈ ਆਇਆ। ਮਾਸ਼ਾਅੱਲਾ ਸਾਰੇ ਪਰ ਵੀ ਦਿਖਾਓ ਪਰ ਵੀ ਜੀ ਦੇਖ- ਦੋਸਤੋ। ਇਹ ਉਸ ਕਬੂਤਰ ਦੀ ਧੀ ਹੈ ਔਰ ਦੇਖ ਲਓ ਬਾਪ ਵਾਲੀ ਉਹ ਗੱਲ ਜਿਹੜੀ ਮੈਂ ਤੁਹਾਨੂੰ ਦੋਸਤਾਂ ਨੂੰ ਦੱਸੀ ਉਹ ਇਹਦੇ ਵਿੱਚ ਨਜ਼ਰ ਆ ਰਹੀ ਹੈ ਤੁਹਾਨੂੰ। ਔਰ ਕਮਾਲ ਦੀ ਇਹਦੀ ਪ੍ਰਵਾਜ਼ ਔਰ ਕਮਾਲ ਦੇ ਕੁੰਡੇ ਲੱਗੇ ਔਰ ਮਾਂ ਪਿਓ ਤੋਂ 2 ਰਤੀਆਂ ਉੱਤੇ ਨਿਕਲੀ ਹੈ। ਕਿਉਂ ਹਾਫਿਜ਼ ਸਾਹਿਬ? ਜੀ ਬਿਲਕੁਲ ਇਸੇ ਤਰ੍ਹਾਂ ਹੀ ਮਾਂ ਤੇ ਪਿਓ ਜ਼ਹਿਨ ਤੇ ਜੋੜਾ ਲਗਾਉਣ ਦਾ ਮਜ਼ਾ ਹੀ ਉਦੋਂ ਆਉਂਦਾ ਹੈ ਕਿ ਬੱਚਾ ਉਹਦੇ ਤੋਂ ਇੱਕ ਸਟੈਪ ਅੱਗੇ ਜੀ ਜਾਵੇ। ਦੋਸਤੋ ਇਹ ਐਸ ਸ਼ੇਪ ਤੁਹਾਨੂੰ ਨਜ਼ਰ ਆ ਰਹੀ ਹੈ। ਖੰਜਰ ਛੁਰੀਆਂ ਬਣੀਆਂ ਸਾਰੀਆਂ। ਇਹ ਦੇਖੋ ਇਹ ਸਾਰੀ ਕਟਿੰਗ ਹਰ ਸ਼ੇਪ ਦੀ ਇਹ ਤੁਹਾਨੂੰ ਸਿਰਫ ਪ੍ਰਵਾਜ਼ੀ ਕਬੂਤਰ 'ਚ ਮਿਲੇਗੀ ਇਨਸ਼ਾਅੱਲਾ। ਜੀ ਆਪ ਸਭ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਇਹ ਕਹਿ ਰਿਹਾ ਸੀ ਕਿ ਜੋੜਾ ਲਗਾਉਣ ਦਾ ਮਜ਼ਾ ਹੀ ਹੈ ਕਿ ਇੱਕ ਸਟੈਪ ਜਿਹੜਾ ਨਾ ਬੱਚਾ ਆਪਣੇ ਮਾਪਿਓ ਤੋਂ ਅੱਗੇ ਜਾਵੇ, ਕਿ ਐਸਾ ਬੱਚਾ ਨਿਕਲੇ ਕਿ ਅਸੀਂ ਕਹੀਏ ਕਿ ਯਾਰ ਬੱਚਾ ਰੱਖ ਲਓ, ਮਾਂ ਕਿਆ ਪਿਓ ਬਾਤ ਦੇ ਦੇ। ਬਸ ਦੇ ਦਿਓ ਬੱਚਾ ਆ ਗਿਆ ਆ ਤੁਹਾਡੇ। ਦਿੱਤਾ ਹੈ ਦੇਖੋ। ਹਾਂ ਇਹ ਦੇਖ ਲਓ ਜੀ ਦੋਸਤੋ 330 ਬੰਦੇ ਨਾਲ ਹੈ। ਅਸੀਂ ਆਪੇ ਹੀ ਕਹਿ ਰਹੇ ਆ ਕਿ ਬੱਚਾ ਰੱਖ ਕੇ ਜੋੜਾ ਦੇ ਦੇਣਾ ਚਾਹੀਦਾ ਤੇ ਹੁਣ ਮੁੱਕਰ ਗਏ। ਇਹ ਦੇਖ ਲਓ ਕੈਸਾ ਬੱਚਾ ਆਪ ਸਾਹਮਣੇ ਇਸ ਤਰ੍ਹਾਂ ਦਾ ਪੇਂਟ ਕਢਾਇਆ ਔਰ ਸਭ ਤੋਂ ਅੱਛੀ ਗੱਲ ਕੀ ਖੂਬਸੂਰਤੀ ਦੇ ਨਾਲ ਪਰਫਾਰਮੈਂਸ ਔਰ ਇਹ ਵੀ ਜਦੋਂ ਆਪਣੀ ਮਾਂ ਦੀ ਉਮਰ ਦੀ ਹੋਏਗੀ 2-3 ਸਾਲ ਦੀ ਕਬੂਤਰੀ ਹੋਏਗੀ ਤੇ ਤੁਸੀਂ ਯਕੀਨ ਕਰੋ ਇਹ ਵੀ ਉਸੇ ਸਟਾਈਲ 'ਚ ਚਲੀ ਜਾਏਗੀ ਔਰ ਉਸੇ ਸਟਾਈਲ 'ਚ ਖੜੀ ਹੋਏਗੀ ਇਨਸ਼ਾਅੱਲਾ। ਮਾਸ਼ਾਅੱਲਾ आओ सर आप सब बाहर जरा आ जाइए अंदर पसीने हो गए। ਇਸੇ ਤਰ੍ਹਾਂ ਇੱਕ ਮਿੰਟ जी 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 ਇਹਦਾ ਸ਼ੌਕ बिस्मिल्लाह दी बरकत। हाँ जी करा दो ਇੱਥੇ ਸਹੀ ਵੀ ਆ ਰਿਹਾ ਫੜ ਕੇ ਰੱਖੋ ਜ਼ਰਾ ਪਹਿਲੇ ਇਹਦਾ ਫਿਜ਼ੀਕਲੀ ਸ਼ੌਕ ਕਰਾ ਦੇਣਾ ਫਿਰ ਛੱਡ ਕੇ ਵੀ। ਜੀ ਬਿਲਕੁਲ। ਜੀ ਸਰ ਇਹ ਕਿਹੜੇ ਕਬੂਤਰ ਨੇ ਆਪਸੇ? ਜ਼ਹਿਨ ਭਾਈ ਇਹ ਥੰਡਰ ਨੇ ਤੇ ਮੈਂ ਖੁਦ ਇਹਨਾਂ ਨੂੰ ਨਾਮ ਦਿੱਤਾ ਹੈ ਥੰਡਰ। ਜੀ ਮਾਸ਼ਾਅੱਲਾ। ਔਰ ਜ਼ਾਹਿਰ ਹੈ ਪਰਫਾਰਮੈਂਸ ਤੁਹਾਨੂੰ ਇਹਨਾਂ ਦੇ ਨਾਮ ਤੋਂ ਹੀ ਵਾਜ਼ਿਹ ਹੋ ਰਹੀ ਹੋਣੀ। हाँ जी बिल्कुल जी माशाअल्लाह। ਇਹਨਾਂ ਦਾ ਕਲਰ ਦੇਖੋ, ਇਹਨਾਂ ਦੀ ਖੂਬਸੂਰਤੀ, ਅੱਖਾਂ ਦਾ ਸਟਾਈਲ ਦੇਖੋ, ਉਸ ਪਰਿੰਦੇ ਦੀ ਦੇਖਣੀ ਦੇਖੋ ਕੈਸੀ। ਤੁਹਾਡੇ ਨੂੰ ਵੀ ਦੇਖ ਰਿਹਾ जानता है ना। हाँ जी ਇੱਕ ਚੀਜ਼ ਦੇ ਇਸ ਪਰਿੰਦੇ 'ਚ ਦੇਖੋ ਕਿ ਇਹਦੀ ਮੋਹਰੇ ਦਾ ਕਲਰ, ਚੁੰਝ ਦਾ ਕਲਰ, ਇਹਦੇ ਭਰਵੱਟਿਆਂ ਦਾ ਕਲਰ, ਇਹਦੀ ਅੱਖਾਂ ਦਾ ਕਲਰ, ਇਹਦੇ ਸਿਰ ਦਾ ਕਲਰ, ਇਹਦੇ ਆ ਮੋਤੀ ਔਰ ਇਹਦੇ ਆ ਪੰਜੇ, ਇਹ ਸਭ ਸੇਮ ਕਲਰ ਦੇ ਨੇ। माशाअल्लाह सर जरा ਅੱਖ ਦਾ ਸ਼ੌਕ ਕਰੋ ਫੜੋ। ਇਹ ਲਓ ਜੀ, ਅੱਖ ਦਾ ਸ਼ੌਕ ਕਰੋ। माशाअल्लाह दुनिया ही है अंदर। ਸ਼ਾਹੀ ਤੁਹਾਡਾ ਕੈਮਰਾ ਆ ਰਿਹਾ ਕਿ ਮੈਂ ਪਿੱਛੇ ਕਰਾਂ? बेहतरीन है ਤੁਹਾਡਾ ਕੈਮਰਾ ਵੀ ਨਾਲ ਆ ਰਿਹਾ ਤੇ ਤੁਹਾਡਾ ਕੈਮਰਾ ਵੀ ਨਾਲ ਆ ਰਿਹਾ। ਇਹ ਵੀ ਠੀਕ ਹੋ ਗਿਆ ਜੀ ਸਰ। ਪਰ ਦਾ ਵੀ ਸ਼ੌਕ ਕਰੋ। ਡੋਜ਼ हैं पे पर ਦਾ ਵੀ ਸ਼ੌਕ ਕਰੋ। माशाअल्लाह जी माशाअल्लाह क्या बात है। ਜ਼ਰਾ ਫਿਲਹਾਲ ਇਹਨੇ ਅਸਲ 'ਚ ਹੈ ਸਿਆਲਕੋਟੀ ਹੈ ਲੇਕਿਨ ਲੈਂਥਾਂ ਕਸੂਰੀ ਵਾਲੀਆਂ ਬਗਲ ਬੋਲ ਔਰ ਕਿਆ ਗੁੱਡ ਲੱਗੇ ਹੋਏ ਨੇ ਮਾਸ਼ਾਅੱਲਾ ਇਹਦੇ ਪਰਾਂ ਨੂੰ। ਲਾਜਵਾਬ ਬਹੁਤ ਆ। ਯਕੀਨ ਕਰੋ ਜ਼ਹਿਨ ਭਾਈ ਇਹਨਾਂ ਨੂੰ ਵੀ ਸਮ ਟਾਈਮ ਕੰਟਰੋਲ ਕਰਨਾ ਪੈਂਦਾ ਹੈ। ਇਹ ਇੰਨੀ ਇਹਨਾਂ 'ਚ ਜਿਹੜਾ ਨਾ ਪ੍ਰਵਾਜ਼ ਹੈ ਔਰ ਵਾਪਸੀ ਤੇ ਨਜ਼ਰ ਆ ਰਹੀ ਹੈ। ਵਾਪਸ ਤੇ ਹੈ 100%। ਮੈਂ ਤੁਹਾਨੂੰ ਇਹਨੂੰ ਛੱਡ ਕੇ ਵੀ ਸ਼ੌਕ ਕਰਾਵਾਂਗਾ। ਛੱਡੋ ਜੀ ਬਿਸਮਿਲ੍ਲਾ। ਇਹਦਾ ਨਾ ਮਾਦੀ ਵੀ ਇਹਦੀ ਫੜ ਲਿਆ ਯਾਰ ਜ਼ਰਾ ਖਲੋ ਜਾਏਗਾ ਸਹੀ ਹੈ ਕਿ ਤੋੜਿਆ ਹੋਇਆ? ਤੋੜਿਆ। चलो रहने दो तोड़ेगा जी। दोस्तों देखो कितनी खूबसूरत चीज़ हाफिज़ साहब ने शौक कराई और मुनफरिद शौक करवाया था। ਮਤਲਬ ਤੁਸੀਂ ਗਰਦਨ ਦੇ ਵਾਲ ਦੇਖੋ ਜਿਸ ਤਰ੍ਹਾਂ ਬੱਬਰ ਸ਼ੇਰਾਂ ਦੇ ਹੁੰਦੇ ਨੇ। क्या ਉਹ बात ਹੈ। है नो डाउट सर पुराने कबूतर ਹਾਂਜੀ और पुरानियां दावां और वो ये महसूस कर रहा मैं कित्थे हाँ ये केड़ी जगह। ਇਸ ਤਰ੍ਹਾਂ ਹੀ। ये परिंदा भी आपका पुराना परिंदा है कि ਹਾਂਜੀ ਇਹ ਵੀ ਯਾਨੀ ਕਿ ਤਕਰੀਬਨ 3 ਸਾਲ ਤੋਂ ਇਹ ਪੱਠਾ ਮੇਰੇ ਕੋਲ ਹੈ। ਇਹਦੇ ਮਾਪਿਓ ਵੀ ਹੈ। 3 ਸਾਲ। माशाअल्लाह माशाअल्लाह। ਇਹਦੇ ਮਾਪਿਓ ਵੀ ਆਏ ਨੇ, ਉਸ ਤੋਂ ਪਿਛਲੀ ਪੀੜ੍ਹੀ ਵੀ ਹੈ ਤੇ ਇਹ ਅੱਗੇ ਵੀ ਬੇਪਨਾਹ ਪਰਫਾਰਮੈਂਸ ਦੇ ਰਿਹਾ ਦੇ ਰਿਹਾ, ਅਲਹਮਦੁਲਿਲਾ ਮਾਸ਼ਾਅੱਲਾ। ਮੇਰੇ ਕੋਲ। ਇਹਦੇ ਪੱਠੀਆਂ ਪੱਠੇ
ਇਸ ਜੇਠ 'ਚ ਵੀ ਜਿਹੜੀ ਪੱਠੀ ਜਦੋਂ 46 45 ਆਖਰੀ ਫਿਰਤਾਂ ਚੱਲ ਰਹੀਆਂ ਸੀ, ਇਹਦੀ ਪੱਠੀ ਸੀ ਜਿਹੜੀ ਆਖਰ ਤੇ ਬੈਠਦੀ ਰਹੀ ਮੇਰੇ ਕੋਲ। ਮਾਸ਼ਾ ਔਰ ਉਹ ਆਮ ਪਰਿੰਦਿਆਂ ਤੋਂ ਤਕਰੀਬਨ ਉੱਤੇ ਹੀ ਰਹਿੰਦੇ 1000 ਫਿਟ ਉੱਪਰ ਉੱਡਦੇ ਸੀ। ਜਦੋਂ ਬਾਕੀ ਸਾਰੇ ਨੀਚੇ ਆ ਰਹੇ ਤਾਂ ਉੱਪਰੋਂ ਕੱਲੀ ਨਿਕਲਦੀ ਸੀ। ਇਹਨਾਂ ਦੀ ਖਾਸ ਗੱਲ ਹੈ ਜਿਹੜੀ ਮੈਂ ਇਹਨਾਂ 'ਚ ਨੋਟਿਸ ਕੀਤੀ। ਆਪ ਸਭ ਇਹ ਤੁਹਾਡੇ ਹੱਥ ਕਿੱਥੋਂ ਚੜ ਗਏ ਕਬੂਤਰ ਇਹ ਵਾਲੇ? ਕਿਹੜੇ ਬਾਜ ਕਰਕੇ ਚੜ ਗਏ। ਠੀਕ ਹੈ, ਚਲੋ ਇਹ ਵੀ ਗੋਲ ਹੋ ਗਿਆ ਕਿ ਤੁਹਾਡੇ ਵੱਲ ਕੋਈ ਨਹੀਂ, ਫਿਰ ਕਿਸੇ ਦਿਨ ਤੁਹਾਨੂੰ ਕਰਾਂਗੇ ਕਾਬੂ। ਲਓ ਸਰ, ਹਾਫਿਜ਼ ਸਾਹਿਬ ਨੇ ਸ਼ੌਕ ਕਰਾਇਆ ਜੀ। ਕਾਮਰਾਨ ਭਾਈ ਨੇ ਆਪਣਾ ਜਿਹੜਾ ਰਿਕਾਰਡਡ ਪ੍ਰੋਗਰਾਮ ਹੈ ਉਹ ਵੀ ਚਲਾਣਾ ਤੇ ਸਾਰੇ ਦੋਸਤਾਂ ਨੂੰ ਉਮੀਦ ਹੈ ਸ਼ੌਕ ਪਸੰਦ ਆਇਆ ਹੋਵੇਗਾ। ਹਾਫਿਜ਼ ਸਾਹਿਬ ਨਾਲ ਗੁਫ਼ਤਗੂ ਗੱਪਸ਼ਪ ਪਸੀਨੋ ਪਸੀਨੀ ਹੋ ਗਏ ਅਸੀਂ, ਤੇ ਕਾਮਰਾਨ ਭਾਈ ਨੇ ਪ੍ਰੋਗਰਾਮ ਰਿਕਾਰਡ ਕਰਨਾ ਔਰ ਟਾਈਮ ਵੀ ਕਾਫੀ ਹੋ ਗਿਆ, ਤੇ ਇਨਸ਼ਾਅੱਲਾ ਫਿਰ ਕਿਸੇ ਦਿਨ ਹਾਫਿਜ਼ ਸਾਹਿਬ ਕੋਲੋਂ ਮੈਂ ਟਾਈਮ ਲੈ ਕੇ ਆਵਾਂਗਾ ਔਰ ਤੁਹਾਨੂੰ ਮਜ਼ੀਦ ਜਿਹੜਾ ਚੈਂਪੀਅਨ ਕਬੂਤਰਾਂ ਦਾ, ਉੱਡੇ ਹੋਏ ਕਬੂਤਰਾਂ ਦਾ ਸ਼ੌਕ ਕਰਾਵਾਂਗਾ। ਜਿਹੜਾ ਬੱਚਾ ਉੱਡਦਾ ਆਇਆ, ਐਸੇ ਕਬੂਤਰ ਦਾ ਸ਼ੌਕ ਕਰਿਆ ਕਰੋ ਜਿਹੜਾ ਬੱਚਾ ਉੱਡੇ, ਫਿਰ 10 ਲੈਸ ਹੋ ਕੇ ਉੱਡੇ, ਫਿਰ ਦੁਸਾਲਾ ਹੋ ਕੇ ਉੱਡੇ। ਐਸੇ ਕਬੂਤਰ ਹੁੰਦੇ ਨੇ ਜਿਹੜੇ ਫਿਰ ਆਪ ਵੀ ਉੱਡਦੇ ਨੇ, ਅੱਗੇ ਤੋਂ ਅੱਗੇ ਨਸਲ ਵੀ ਚਲਾਉਂਦੇ ਨੇ ਜੀ। ਹਾਫਿਜ਼ ਸਾਹਿਬ ਲਾਈਵ 'ਚ ਮਾਸ਼ਾਅੱਲਾ ਤੁਹਾਨੂੰ ਇਸ ਟਾਈਮ 325 324 325 ਵਾਚਿੰਗ ਵਿਊਜ਼ ਨੇ। ਕੀ ਕਹਿਣਾ ਚਾਹੋਗੇ? ਲਾਈਟਸ ਔਨ। ਬਸ ਇਹੀ ਕਹਾਂਗਾ, ਅੱਛੇ ਤਰੀਕੇ ਨਾਲ ਸ਼ੌਕ